ਗਮਨ ਜਿਹੜਾ ਹੈ ਉਹ ਅਸੀਂ ਸਰਵਣ ਕਰ ਰਹੇ ਸਾਂ ਔਰ ਬੜੇ ਵਿਸਥਾਰ ਦੇ ਨਾਲ ਅਸੀਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਕਿ ਸਤਿਗੁਰੂ ਕਿਵੇਂ ਆਪਣੇ ਮਾਤਾ ਪਿਤਾ ਨੂੰ, ਵੱਡੇ ਵਡੇਰਿਆਂ ਨੂੰ ਜੋ ਇਸ ਸੰਸਾਰ ਤੋਂ ਕੂਚ ਕਰ ਚੁੱਕੇ ਸਨ, ਉਹਨਾਂ ਦੀ ਬਾਬਤ ਨਿਰੰਕਾਰੀ ਜੋਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਸਨ। ਅੱਜ ਦੇ ਦੀਵਾਨਾਂ ਵਿੱਚ ਅਸੀਂ ਸਰਵਣ ਕਰਨਾ ਹੈ ਕਿ ਕਿਵੇਂ ਸਤਿਗੁਰੂ ਜੀ ਸਾਨੂੰ ਅਗਲੇ ਇਤਿਹਾਸ ਦੀ ਜਿਹੜੀ ਵਿਚਾਰ ਹੈ ਉਹ ਬਖਸ਼ਿਸ਼ ਕਰਦੇ ਨੇ। ਸੋ ਸਾਧ ਸੰਗਤ ਜੀ, ਉੱਥੇ ਜਿੱਥੇ ਅਸੀਂ ਵਿਸਾਖੀ ਦਾ ਦਿਹਾੜਾ ਮਨਾ ਰਹੇ ਹਾਂ, ਉੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਗੋਇੰਦਵਾਲ ਸਾਹਿਬ ਮਹਾਰਾਜ ਜੀ ਸੇਵਾ ਕਰਵਾ ਰਹੇ ਨੇ ਬਾਉਲੀ ਸਾਹਿਬ ਦੀ, ਕਿਉਂਕਿ ਵਿਸਾਖੀ ਅੱਜ ਤੋਂ ਪਹਿਲਾਂ ਵੀ ਸੰਸਾਰ ਦੇ ਉੱਤੇ ਦੁਨੀਆ ਦੇ ਲੋਕ ਮਨਾਉਂਦੇ ਸਨ, ਭਾਰਤ ਦੇ ਲੋਕ ਮਨਾਉਂਦੇ ਸਨ, ਪਰ ਸਾਧ ਸੰਗਤ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਉਲੀ ਸਾਹਿਬ ਦੀ ਸੇਵਾ ਕਰਵਾਉਣ ਤੋਂ ਬਾਅਦ ਭਾਈ ਪਰਮਹੰਸ ਜੀ, ਜਿਨ੍ਹਾਂ ਦੀ ਉਪਾਧੀ ਦਿੱਤੀ, ਕਿਉਂਕਿ ਸਤਿਗੁਰੂ ਦੇ ਦਰਬਾਰ ਦੇ ਅੰਦਰ ਗੁਰੂ ਕੀਆਂ ਸਿੱਖ ਸੰਗਤਾਂ ਵਾਰੀ-ਵਾਰੀ ਦਰਸ਼ਨ ਕਰਨ ਵਾਸਤੇ ਆਉਂਦੀਆਂ ਸਨ ਔਰ ਸਤਿਗੁਰੂ ਦੇ ਦਰਸ਼ਨ ਕਰਕੇ ਪ੍ਰਸੰਨ ਹੁੰਦੀਆਂ ਸਨ ਭਾਈ ਪਰਮਹੰਸ ਜੀ। ਸੋ ਸਾਧ ਸੰਗਤ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਪਾਤਸ਼ਾਹ ਗੁਰੂ ਕੀਆਂ ਸਿੱਖ ਸੰਗਤਾਂ ਇਸ ਤਰ੍ਹਾਂ ਸਾਡੇ ਕੋਲ ਵਾਰੀ-ਵਾਰੀ ਨਗਰਾਂ ਵਿੱਚੋਂ, ਪਿੰਡਾਂ ਵਿੱਚੋਂ ਆਉਂਦੀਆਂ ਨੇ, ਕਿਉਂ ਨਾ ਹੋਵੇ ਪਾਤਸ਼ਾਹ ਇਹ ਸਾਰੀਆਂ ਸੰਗਤਾਂ ਜਿਹੜੀਆਂ ਇਕੱਠੀਆਂ ਕੀਤੀਆਂ ਜਾਣ, ਇੱਕੇ ਦਿਨ ਹੀ ਆਉਣ। ਔਰ ਅੱਜ ਦੇ ਦਿਨ ਹੀ ਜਦੋਂ ਬਾਉਲੀ ਸਾਹਿਬ ਦੀ ਸੇਵਾ ਸੰਪੂਰਨ ਹੋਈ ਔਰ ਸਾਧ ਸੰਗਤ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗੁਰੂ ਕੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਦੀਦਾਰੇ ਕਰਨ ਵਾਸਤੇ ਇਕੱਠੇ ਹੀ ਸੰਗਤ ਦੇ ਰੂਪ ਦੇ ਅੰਦਰ ਆਈਆਂ। ਉੱਥੇ ਜਦੋਂ ਅਸੀਂ ਇਤਿਹਾਸ ਨੂੰ ਵਾਚਦੇ ਹਾਂ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ ਆਸਥਾ ਦੇ ਪੁੰਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਪਾਵਨ ਪਵਿੱਤਰ ਸਥਾਨਾਂ 'ਤੇ ਬੀਬੀ ਰਜਨੀ ਆਉਂਦੀ ਹੈ ਔਰ ਨਾਲ ਉਹਦਾ ਜਿਹੜਾ ਪਿੰਗਲਾ ਪਤੀ ਹੈ, ਕੋੜਾ ਪਤੀ, ਉਹ ਵੀ ਆਉਂਦਾ ਹੈ। ਔਰ ਆ ਕਰਕੇ ਸਤਿਗੁਰੂ ਦੇ ਦਰਬਾਰ ਦੇ ਅੰਦਰ, ਜਿੱਥੇ ਅੱਜ ਅਸੀਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚੋਂ ਸਰੋਵਰ ਦੇ ਵਿੱਚੋਂ ਇਸ਼ਨਾਨ ਕਰਕੇ ਤਨ ਦੀ ਮੈਲ ਲਾ ਰਹੇ ਹਾਂ, ਉੱਥੇ ਸਤਿਗੁਰੂ ਦੇ ਦਰਬਾਰ 'ਤੇ ਸ਼ਰਧਾ ਰੱਖ ਕੇ ਬੀਬੀ ਰਜਨੀ ਤੇ ਬੀਬੀ ਰਜਨੀ ਦਾ ਜਿਹੜਾ ਘਰ ਵਾਲਾ ਸੀ ਨਾ, ਪਤੀ ਸੀ, ਉਹ ਵੀ ਪਹੁੰਚਣਾ ਕਰਦਾ ਹੈ। ਔਰ ਸਾਧ ਸੰਗਤ ਉਹਨੇ ਤੱਕਿਆ ਕਿ ਜਦੋਂ ਸਤਿਗੁਰੂ ਦੇ ਦਰਬਾਰ ਦੀ ਸ਼ੋਭਾ ਸੁਣਦਾ ਹੈ ਨਾ, ਵੇਖਿਆ ਉਹਨੇ ਕਿ ਜਿਹੜੇ ਕਾਲੇ ਕਾਂ ਨੇ ਉਹ ਜਦੋਂ ਇਸ਼ਨਾਨ ਕਰਦੇ ਨੇ ਚਿੱਟੇ ਹੋ ਕੇ ਨਿਕਲਦੇ ਨੇ। ਔਰ ਸਾਧ ਸੰਗਤ ਜਦੋਂ ਤੱਕਦਾ ਹੈ ਤੇ ਇਹ ਵੀ ਉਹ ਸਰੋਵਰ ਦੇ ਅੰਦਰ, ਪਾਵਨ ਪਵਿੱਤਰ ਸਰੋਵਰ ਦੇ ਅੰਦਰ ਇਸ਼ਨਾਨ ਕਰਦਾ ਹੈ। ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੋਵੇਗਾ ਕਿ ਜਦੋਂ ਇਸ਼ਨਾਨ ਕੀਤਾ ਤੇ ਇਹਨੇ ਇੱਕ ਜਿਹੜਾ ਆਪਣੀ ਨਿਸ਼ਾਨੀ ਸੀ ਨਾ ਉਹ ਰੱਖਣਾ ਕੀਤੀ ਹੈ ਔਰ ਇੱਕ ਹੱਥ ਦੇ ਅੰਦਰ ਇਹਨੇ ਗੂਠੇ ਦੀ ਜਿਹੜੇ ਸੀ ਨਾ ਉਹ ਨਿਸ਼ਾਨੀ ਰੱਖੀ। ਬੀਬੀ ਰਜਨੀ ਜੀ ਜੋ ਕਿ ਬਾਹਰ ਗਏ ਹੋਏ ਸਨ, ਜਦੋਂ ਵਾਪਸ ਆਉਂਦੇ ਨੇ ਆ ਕੇ ਵੇਖਦੇ ਨੇ, ਕਿਉਂਕਿ ਤੰਦਰੁਸਤ ਹੋ ਚੁੱਕਿਆ। ਸਤਿਗੁਰੂ ਦੀ ਬਾਣੀ ਦੇ ਅੰਦਰ ਅਸੀਂ ਪੜ੍ਹਦੇ ਹਾਂ, ਸਤਿਗੁਰ ਮੇਰਾ ਮਾਰ ਜੀਵਾਲੇ। ਸਤਿਗੁਰੂ ਬੜੀ ਬਖਸ਼ਿਸ਼ ਕਰਦੇ ਨੇ। ਹੁਣ ਜੀਵਨ ਬਦਲ ਗਿਆ। ਬੀਬੀ ਰਜਨੀ ਨੇ ਆ ਕੇ ਪੁੱਛਣਾ ਕੀਤਾ, ਕਹਿਣ ਲੱਗੀ ਤੁਸੀਂ ਮੇਰੇ ਪਤੀ ਨੂੰ ਮਾਰ ਦਿੱਤਾ ਹੈ। ਸਾਧ ਸੰਗਤ ਜਦੋਂ ਇਹ ਗੱਲ ਹੋਈ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਹੁੰਚਦੇ ਨੇ। ਬੀਬੀ ਰਜਨੀ ਜੀ ਸਤਿਗੁਰੂ ਦੇ ਦਰਬਾਰ ਵਿੱਚ ਜਾ ਕੇ ਅਰਜ਼ ਕਰਦੇ ਹਜ਼ੂਰ ਆਏ ਤੇ ਸਤਿਗੁਰੂ ਨੇ ਦੋਵਾਂ ਨੂੰ ਸਮਝਾਉਣਾ ਕੀਤਾ। ਔਰ ਸਾਧ ਸੰਗਤ ਜਿਹੜੀ ਇਹਨੇ ਨਿਸ਼ਾਨੀ ਰੱਖੀ ਹੋਈ ਸੀ ਨਾ, ਬੀਬੀ ਰਜਨੀ ਦੇ ਘਰ ਵਾਲੇ ਨੇ, ਪਤੀ ਨੇ, ਉਹਨੇ ਕੀ ਕੀਤਾ ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਹੁੰਚੇ ਤੇ ਸਤਿਗੁਰੂ ਨੇ ਇਹਨਾਂ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਸਾਧ ਸੰਗਤ ਜੀ ਇਹਦੇ ਪਤੀ ਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਹਾ ਦੁਬਾਰਾ ਇਸ਼ਨਾਨ ਕਰ ਲਿਓ। ਕਹਿੰਦੀ ਮੇਰਾ ਪਤੀ ਹੈ ਹੀ ਨਹੀਂ। ਉਹ ਵੀ ਸਾਧ ਸੰਗਤ ਜੀ ਵਿਸਾਖੀ ਦਾ ਦਿਨ ਸੀ, ਇਤਿਹਾਸ ਦੀ ਘਟਨਾ ਹੈ। ਸਾਧ ਸੰਗਤ ਉਸ ਤੋਂ ਬਾਅਦ ਜਦੋਂ ਅਸੀਂ ਇਤਿਹਾਸ ਨੂੰ ਵਾਚਦੇ ਹਾਂ, ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਮਰੱਥ ਨੇ ਔਰ ਸਤਿਗੁਰੂ ਦੇ ਸਿੱਖ ਜਿਹੜੇ ਨੇ ਭਾਵਨਾ ਰੱਖ ਕੇ ਜੇ ਗੁਰੂ ਦੇ ਕੋਲ ਆਉਂਦੇ ਨੇ ਨਾ,
ਤੇ ਸਤਿਗੁਰੂ ਉਹਨਾਂ ਦੀ ਭਾਵਨਾ ਨੂੰ, ਸ਼ਰਧਾ ਨੂੰ, ਆਸਥਾ ਨੂੰ ਅਜਾਈ ਨਹੀਂ ਜਾਣ ਦਿੰਦੇ। ਅਸੀਂ ਸਤਿਗੁਰੂ ਦੀ ਬਾਣੀ ਵਿੱਚ ਪੜ੍ਹਦੇ ਹਾਂ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਨੇ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹੁਣੇ ਅਸੀਂ ਸ਼ਬਦ ਸਰਵਣ ਕਰ ਰਹੇ ਸਾਂ ਕੀਰਤਨੀ ਸਿੰਘਾਂ ਪਾਸੋਂ, ਉਹਨਾਂ ਵੀ ਇਸ ਸ਼ਬਦ ਦੇ ਰਾਹੀਂ ਸਾਨੂੰ ਸਰਵਣ ਕਰਵਾਇਆ ਹੈ। ਪੀਓ ਪੌਜ ਲਿਖਿਆ ਹੈ। ਪਰ ਜਦੋਂ ਸਤਿਗੁਰੂ ਦੇ ਇਤਿਹਾਸ ਨੂੰ ਵਾਚਦੇ ਹਾਂ, ਸਮਰੱਥ ਗੁਰੂ ਦੀ ਵਿਚਾਰਧਾਰਾ ਦੇ ਉੱਤੇ ਭਰੋਸਾ ਰੱਖਦੇ ਹਾਂ, ਤੇ ਸਤਿਗੁਰੂ ਸਾਨੂੰ ਜਿਹੜੇ ਨੇ ਉਹ ਇਹ ਤਾਕਤ ਹੈ ਸਮਰੱਥ ਗੁਰੂ ਦੇ ਅੰਦਰ, ਸਤਿਗੁਰੂ ਮੇਰਾ ਮਾਰਜੀ ਵਾਲੇ। ਸਤਿਗੁਰੂ ਮਰੇ ਹੋਇਆਂ ਨੂੰ ਵੀ ਜੀਂਦੇ ਕਰਨ ਵਾਲੇ ਨੇ, ਕਿਉਂਕਿ ਜਿਨ੍ਹਾਂ ਦੇ ਜੀਵਨ ਵਿੱਚੋਂ ਸਿਮਰਨ ਮੁੱਕ ਜਾਂਦਾ ਏ, ਬੰਦਗੀ ਮੁੱਕ ਜਾਂਦੀ ਏ, ਜਿਹੜੇ ਰਾਹ ਤੋਂ ਭਟਕ ਜਾਂਦੇ ਨੇ, ਉਹਨਾਂ ਨੂੰ ਵੀ ਸਤਿਗੁਰੂ ਜੀਵਨ ਬਖਸ਼ਦੇ ਨੇ। ਹੁਣ ਹਜ਼ੂਰ ਨੇ ਸੀਸ ਦੀ ਮੰਗ ਕਰਨੀ ਜਿਹੜੀ ਸ਼ੁਰੂ ਕਰ ਦਿੱਤੀ, ਤੇ ਸਾਧ ਸੰਗਤ ਖਾਲਸੇ ਦੇ ਸਾਨੂੰ 5 ਗੁਣ ਦਿੱਤੇ ਨੇ। ਜਦੋਂ ਅਸੀਂ ਇਤਿਹਾਸ ਨੂੰ ਵਾਚਦੇ ਹਾਂ, ਖਾਲਸੇ ਦੇ 5 ਗੁਣ ਨੇ। ਮੈਂ ਤਾਂ ਆਪ ਜੀ ਦੇ ਨਾਲ ਵਿਚਾਰ ਕਰ ਰਿਹਾ ਕਿਉਂਕਿ ਇਤਿਹਾਸਿਕ ਦਿਹਾੜਾ ਹੈ। ਔਰ ਸਾਧ ਸੰਗਤ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਹਨਾਂ ਸੀਸਾਂ ਦੀ ਮੰਗ ਕਰਦੇ ਨੇ। ਔਰ ਸਾਧ ਸੰਗਤ ਵਾਰੀ ਵਾਰੀ 5 ਸਿੱਖ ਜਿਹੜੇ ਨੇ ਬੜੀ ਭਾਵਨਾ ਦੇ ਨਾਲ ਭਰੋਸਾ ਰੱਖ ਕੇ ਸਤਿਗੁਰੂ ਦੇ ਸਾਹਮਣੇ ਆਪਣੇ ਸੀਸ ਭੇਟਾ ਕਰਦੇ ਨੇ। ਔਰ 5 ਸਿੱਖਾਂ ਨੂੰ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਛਕਾ ਕੇ ਦਇਆ ਚੰਦ ਤੋਂ, ਦਇਆ ਰਾਮ ਤੋਂ, ਦਇਆ ਸਿੰਘ, ਇਸ ਤਰ੍ਹਾਂ ਵੱਖ-ਵੱਖ ਇਤਿਹਾਸਕਾਰਾਂ ਨੇ ਸਾਨੂੰ ਜ਼ਿਕਰ ਕਰਨਾ ਕੀਤਾ ਹੈ ਕਿ ਸਾਰਿਆਂ ਦਾ ਜੀਵਨ ਜਿਹੜਾ ਸਤਿਗੁਰੂ ਸਮਰੱਥ ਗੁਰੂ ਨੇ ਬਦਲ ਦਿੱਤਾ। ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਜਿਸ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੇਠ, ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰੂ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸਜੋ। ਹੁਣ ਸਾਧ ਸੰਗਤ 5 ਸਿੱਖਾਂ ਨੇ ਆਪਣੇ ਸੀਸ ਭੇਟਾ ਕੀਤੇ ਨੇ। ਔਰ ਸੀਸ ਲੈਣ ਤੋਂ ਬਾਅਦ ਕਈ ਵਾਰ ਕੀ ਹੁੰਦਾ, ਇਤਿਹਾਸ ਨੂੰ ਬਿਆਨ ਕਰਨ ਵਾਲੇ ਆਪਣੇ ਕੋਲੋਂ ਵੀ ਕਈ ਵਾਰ ਗੱਲ ਕਹਿ ਜਾਂਦੇ ਨੇ। ਔਰ ਸਾਧ ਸੰਗਤ ਇਤਿਹਾਸ ਪਾਵਨ ਤੇ ਪਵਿੱਤਰ ਹੈ। ਸਤਿਗੁਰੂ ਸਮਰੱਥ ਨੇ ਔਰ ਸਤਿਗੁਰਾਂ ਨੇ ਇਹਨਾਂ 5 ਨੂੰ ਅੰਮ੍ਰਿਤ ਛਕਾ ਕੇ ਬਹਾਦਰ ਬਣਾਇਆ। ਜਦੋਂ ਅਸੀਂ ਪੁਰਾਤਨ ਇਤਿਹਾਸ ਦੀ ਗੱਲ ਕਰਦੇ ਹਾਂ, ਕਿਉਂਕਿ ਸਤਿਗੁਰੂ ਤੋਂ ਪਹਿਲਾਂ ਦੇ ਇਤਿਹਾਸ ਨੂੰ ਜਦੋਂ ਅਸੀਂ ਵਾਚਦੇ ਹਾਂ, ਇਤਿਹਾਸ ਵੀ ਕਿਹਾ ਜਾਂਦਾ ਹੈ। ਔਰ ਸਾਧ ਸੰਗਤ ਇਹਨਾਂ ਦਬਲੇ ਕੁੱਚੇ ਹੋਏ ਲੋਕਾਂ ਨੂੰ, ਜਿਨ੍ਹਾਂ ਨੂੰ ਦੁਨੀਆ ਦੇ ਲੋਕ ਦਰਕਾਰਦੇ ਸਨ, ਹੁਣ ਉੱਥੇ ਵੀ ਜਦੋਂ ਪਾਤਸ਼ਾਹ ਅੰਮ੍ਰਿਤ ਦੀ ਦਾਤ ਦੇਣ ਲੱਗੇ ਨਾ, ਤੇ ਬਹੁਤਾਤ ਦੇ ਅੰਦਰ ਜਿਹੜੇ ਆਪਣੀ ਜਾਤ ਦਾ ਅਪਮਾਨ ਕਰਦੇ ਸਨ, ਜਿਹੜੇ ਕਹਿੰਦੇ ਸਨ ਸਾਡੀ ਕੁੱਲ ਬੜੀ ਉੱਚੀ ਹੈ, ਸਾਡੀ ਜਾਤ ਬੜੀ ਉੱਚੀ ਹੈ, ਸਾਧ ਸੰਗਤ ਉਹਨਾਂ ਨੇ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣਾ ਕੀਤਾ। ਕਹਿਣ ਲੱਗੇ, ਪਾਤਸ਼ਾਹ ਸਾਡੇ ਵਾਸਤੇ ਅੰਮ੍ਰਿਤ ਜਿਹੜਾ ਵੱਖਰਾ ਤਿਆਰ ਕੀਤਾ ਜਾਵੇ। ਇਤਿਹਾਸ ਵਿੱਚ ਜ਼ਿਕਰ ਆਉਂਦਾ। ਪਰ ਸਾਧ ਸੰਗਤ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਉਣਾ ਕੀਤਾ। ਕਹਿਣ ਲੱਗੇ, ਨਹੀਂ, ਅਸੀਂ ਖਾਲਸਾ ਪੰਥ ਸਜਾਉਣਾ ਹੈ, ਜਿਹੜਾ ਖਾਸ ਹੋਏਗਾ, ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਹੋਏਗੀ। ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜਿਹੜਾ ਖਾਲਸਾ ਹੈ ਨਾ, ਜਿਹੜਾ ਖਾਲਸ ਹੈ, ਜਿਹੜਾ ਗੁਰੂ ਦੀ ਰਹਿਤ ਦਾ ਧਾਰਨੀ ਹੈ, ਜਿਹੜਾ ਗੁਰੂ ਨੂੰ ਮੰਨਣ ਵਾਲਾ ਹੈ, ਜਿਹੜਾ ਗੁਰੂ ਤੇ ਅਕੀਦਾ ਰੱਖਣ ਵਾਲਾ ਹੈ। ਤੇ ਸਾਧ ਸੰਗਤ ਹੁਣ ਹੋਇਆ ਕਿ ਜਦੋਂ ਇਹਨਾਂ 5 ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ ਨਾ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ, ਇਤਿਹਾਸਕਾਰਾਂ ਦੀ ਵੱਖ-ਵੱਖ ਰਾਏ ਹੈ। ਕਿਸੇ ਨੇ ਲਿਖਿਆ ਹੈ, ਕਿਸੇ ਨੇ ਕੁਝ ਲਿਖਿਆ, ਪਰ ਸਾਧ ਸੰਗਤ ਅਸੀਂ ਗੁਰੂ ਤੇ ਸ਼ੰਕਾ ਨਹੀਂ ਕਰ ਸਕਦੇ। ਮੈਂ ਆਰੰਭ ਵਿੱਚ ਹੀ ਬੇਨਤੀ ਕੀਤੀ ਸੀ, ਸਤਿਗੁਰੂ ਮੇਰਾ ਮਾਰਜੀ ਵਾਲੇ। ਸਤਿਗੁਰੂ ਸਾਨੂੰ ਮਰਿਆ ਹੋਇਆਂ ਨੂੰ ਵੀ ਜਿਉਂਦੇ ਕਰ ਸਕਦੇ ਨੇ। ਸਾਧ ਸੰਗਤ ਹੁਣ ਹੋਇਆ ਕਿ ਇਹਨਾਂ 5 ਨੇ ਅੰਮ੍ਰਿਤ ਛਕਿਆ। ਹੁਣ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ 5 ਦੇ ਸਨਮੁਖ ਸਤਿਗੁਰੂ ਕਹਿਣ ਲੱਗੇ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। 1699 ਦੀ ਵਿਸਾਖੀ ਦੀ ਆਪਾਂ ਵਿਚਾਰ ਕਰ ਰਹੇ।
ਔਰ ਸਾਧ ਸੰਗਤ ਬੜੇ ਵਿਸਥਾਰ ਦੇ ਨਾਲ ਜਦੋਂ ਸਤਿਗੁਰੂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸੱਜਣ ਦੀ ਦਾਸਤਾਨ ਪੰਜ ਪਿਆਰੇ ਸਾਹਿਬਾਨਾਂ ਦੇ ਅੱਗੇ ਰੱਖਦੇ ਨੇ। ਇਤਿਹਾਸਕਾਰਾਂ ਦਾ ਸੰਕਲਪ ਹੈ, ਫੁਰਨਾ ਹੈ ਕਿ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਪਾਤਸ਼ਾਹ ਇੱਕ ਉਡਾਰੀ ਮਾਰੀ ਇਤਿਹਾਸਕਾਰਾਂ ਨੇ ਕਿ ਪਾਤਸ਼ਾਹ ਅਸੀਂ ਸੀਸ ਭੇਟਾ ਕੀਤੇ ਨੇ, ਅਸੀਂ ਸੀਸ ਦੇ ਕੇ ਆਏ ਹਾਂ, ਆਪ ਜੀ ਕੀ ਕਰੋਗੇ? ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਗੋਬਿੰਦ ਰਾਏ ਕਹਿਣ ਲੱਗੇ ਕਿ ਸਮਾਂ ਆਵੇਗਾ ਅਸੀਂ ਆਪਣਾ ਸਰਬੰਸ ਵਾਰ ਦਿਆਂਗੇ। ਇਹ ਪਾਤਸ਼ਾਹ ਦੇ ਬੋਲ ਸਨ, ਕਿਉਂਕਿ ਸਤਿਗੁਰੂ ਸਮਰੱਥ ਨੇ। ਅੱਜ ਵੀ ਸਿੱਖ ਜਦੋਂ ਭਰੋਸਾ ਰੱਖ ਕੇ ਚੱਲਦਾ ਹੈ, ਔਰ ਉਸ ਤੋਂ ਬਾਅਦ ਜਦੋਂ 1699 ਦੀ ਵਿਸਾਖੀ ਵਾਲੇ ਦਿਨ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦਿੱਤਾ, ਅੰਮ੍ਰਿਤ ਦੀ ਦਾਤ ਦੇਣ ਤੋਂ ਬਾਅਦ ਪਾਤਸ਼ਾਹ ਨੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸੱਜੇ ਨੇ, ਔਰ ਸਾਧ ਸੰਗਤ ਗੋਬਿੰਦ ਸਿੰਘ ਸੱਜ ਕੇ ਪਾਤਸ਼ਾਹ ਮਹਾਰਾਜ ਜੀ ਨੇ ਨਿਆਰਾ ਖਾਲਸਾ ਜਿਹੜਾ ਪੈਦਾ ਕਰ ਦਿੱਤਾ। ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਸੋਹਣੇ ਬੋਲ ਵਾਰਾਂ ਦੇ ਅੰਦਰ ਲਿਖੇ ਨੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪੰਥ ਹੈ। ਔਰ ਸਾਧ ਸੰਗਤ ਜੀ ਇਸ ਤੋਂ ਬਾਅਦ ਜਦੋਂ ਅਸੀਂ ਇਤਿਹਾਸ ਨੂੰ ਵਾਚਦੇ ਹਾਂ, ਸਤਿਗੁਰੂ ਅਨੰਦਪੁਰ ਸਾਹਿਬ ਤੋਂ ਹੁੰਦੇ ਹੋਏ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ। ਉੱਥੇ ਵੀ ਹਜ਼ੂਰ ਜਿਹੜੇ ਨੇ ਪਹੁੰਚ ਕਰਕੇ ਆਰਾਮ ਕਰਦੇ ਨੇ, ਔਰ ਉਸ ਤਖਤ ਦਾ ਨਾਮ ਜਿਹੜਾ ਅਸੀਂ ਬੜੀ ਭਾਵਨਾ ਦੇ ਨਾਲ ਲੈਂਦੇ ਹਾਂ, ਤਖਤ ਸ੍ਰੀ ਦਮਦਮਾ ਸਾਹਿਬ। ਸਿੱਖ ਦੀ ਜਿਹੜੀ ਆਸਥਾ ਹੈ ਉਹ ਗੁਰੂ ਦੇ ਉੱਤੇ ਹੈ। ਸਿੱਖ ਦਾ ਜਿਹੜਾ ਭਰੋਸਾ ਹੈ ਸਮਰੱਥ ਗੁਰੂ ਤੇ, ਤੇ ਜਿਹੜੇ ਸਮਰੱਥ ਗੁਰੂ ਤੇ ਭਰੋਸਾ ਕਰ ਲੈਂਦੇ ਨੇ ਉਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਸੀਂ ਬੋਲ ਪੜ੍ਹਦੇ ਹਾਂ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਇਹ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ ਕਿ ਜਿੱਥੇ ਅਸੀਂ ਭਾਵਨਾ ਰੱਖ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੱਜ ਤੇ ਅਸੀਂ ਹਰ ਜਗ੍ਹਾ ਜਿਹੜਾ ਏ ਉਹ ਵਿਸਾਖੀ ਦਾ ਦਿਹਾੜਾ, ਕਿਉਂਕਿ ਸਤਿਗੁਰਾਂ ਦੀ ਬਾਣੀ ਦੇ ਅੰਦਰ ਅਸੀਂ ਬੋਲ ਪੜ੍ਹਦੇ ਹਾਂ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਵੀ ਸਤਿਗੁਰਾਂ ਨੇ ਚਰਨ ਪਾਏ ਨੇ, ਸਤਿਗੁਰੂ ਬਿਰਾਜਮਾਨ ਹੋਏ ਨੇ, ਉਹ ਥਾਂ ਜਿਹੜੀ ਸਾਡੇ ਵਾਸਤੇ ਪੂਜਣਯੋਗ ਹੋ ਗਈ ਹੈ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੀਲਾ ਲਗੇ ਦਰਬਾਰਾ। ਕਈ ਜਿਹੜੇ ਮਨੁੱਖ ਸਨ ਕੱਲ ਦੇ ਦੀਵਾਨਾਂ ਦੇ ਅੰਦਰ ਅਸੀਂ ਸਰਵਣ ਕੀਤਾ ਏ ਕਿ ਜਿਨ੍ਹਾਂ ਨੇ ਲਾਹਾ ਪ੍ਰਾਪਤ ਕੀਤਾ ਹੈ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਇਤਿਹਾਸ ਨੂੰ ਵਾਚਦੇ ਹਾਂ, ਜਿੱਥੇ ਵੀ ਹਜ਼ੂਰ ਜਾਂਦੇ ਰਹੇ ਨਾ, ਉੱਥੇ ਲੋਕਾਂ ਦਾ ਪਾਤਸ਼ਾਹ ਉਧਾਰ ਕਰਦੇ ਰਹੇ ਨੇ। ਬਹੁਤਾਤ ਦੇ ਅੰਦਰ ਕਈ ਲਾਹਾ ਪ੍ਰਾਪਤ ਕਰ ਗਏ, ਔਰ ਸੱਚ ਦੇ ਦਰਬਾਰ ਦੇ ਅੰਦਰ ਜਿੱਥੇ ਸੱਚਖੰਡ ਵਸੇ ਨਿਰੰਕਾਰ ਹੈ ਨਾ, ਉੱਥੇ ਲਾਹਾ ਪ੍ਰਾਪਤ ਕਰਕੇ ਚਲੇ ਗਏ ਨੇ। ਅਬਚਲ ਪਾਇਓ ਆਨੰਦ ਅਪਾਰਾ। ਤੇ ਜਿਹੜਾ ਸਤਿਗੁਰੂ ਦਾ ਅਬਚਲ ਪਾਇਓ ਆਨੰਦ ਅਪਾਰਾ, ਹੁਣ ਆਨੰਦ ਜਿਹੜਾ ਹੈ ਉਹ ਪ੍ਰਾਪਤ ਕਿਸ ਤਰ੍ਹਾਂ ਹੋਣਾ ਹੈ? ਆਨੰਦ ਪ੍ਰਾਪਤ ਹੋਣਾ ਹੈ ਗੁਰੂ ਨੂੰ ਚੇਤੇ ਕਰਕੇ, ਗੁਰੂ ਗੁਰੂ ਜਪ ਕੇ। ਜਦੋਂ ਆਨੰਦ ਦੀ ਗੱਲ ਕਰਦੇ ਹਾਂ, ਆਨੰਦ ਗੁਰੂ ਤੋਂ ਬਿਨਾਂ ਕੋਈ ਵੀ ਮਨੁੱਖ ਕਿਸੇ ਨੂੰ ਦੇ ਨਹੀਂ ਸਕਦਾ, ਪਰ ਸਤਿਗੁਰੂ ਹੀ ਹੈ ਜਿਹੜਾ ਸਾਨੂੰ ਆਨੰਦ ਦਿੰਦਾ ਹੈ। ਪਰਮਾਤਮਾ ਜਿਹੜਾ ਸਾਨੂੰ ਆਨੰਦ ਦਿੰਦਾ ਹੈ। ਦੁਨੀਆ ਦੇ ਉੱਤੇ ਜਦੋਂ ਅਸੀਂ ਵਿਚਰਦੇ ਹਾਂ ਤੇ ਸਾਧ ਸੰਗਤ ਜੀ ਬਹੁਤਾਤ ਦੇ ਅੰਦਰ ਜਦੋਂ ਅਸੀਂ ਕੋਈ ਵਸਤੂ ਛਕ ਲੈਂਦੇ ਹਾਂ, ਚੀਜ਼ ਛਕਦੇ ਹਾਂ, ਭੋਜਨ ਛਕਦੇ ਹਾਂ, ਤੇ ਅਸੀਂ ਕਈ ਵਾਰ ਇਹ ਸ਼ਬਦ ਕਹਿ ਦਿੰਦੇ ਸਾਨੂੰ ਆਨੰਦ ਆ ਗਿਆ, ਪਰ ਆਨੰਦ ਇਹ ਨਹੀਂ, ਭੋਜਨ ਛਕਣ ਦੇ ਨਾਲ ਆਨੰਦ ਨਹੀਂ, ਜਿਹੜੇ ਨਾਮ ਨੂੰ ਜਪਦੇ ਨੇ। ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ, ਜਿਹੜੇ ਉਸ ਭਗਤੀ ਦੇ ਨਾਲ ਲੱਗੇ ਨੇ, ਜਿਨ੍ਹਾਂ ਨੇ ਸਿਮਰਨ ਕੀਤਾ ਹੈ, ਉਹਨਾਂ ਨੇ ਆਨੰਦ ਪ੍ਰਾਪਤ ਕੀਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬੋਲ ਪੜ੍ਹਦੇ ਹਾਂ, ਸਤਿਗੁਰੂ ਰਾਮਕਲੀ ਰਾਗ ਦੇ ਅੰਦਰ ਸਮਝਾਉਂਦੇ ਨੇ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਹ ਆਨੰਦ ਹੈ ਜਿਹੜਾ ਗੁਰੂ ਤੋਂ ਪ੍ਰਾਪਤ ਹੋਣਾ ਹੈ। ਕਈਆਂ ਨੇ ਆਨੰਦ ਪ੍ਰਾਪਤ ਕੀਤਾ ਹੈ ਜੀ। ਤਾਂ ਤੇ ਮਾਨੁਖ ਤਨ ਲਖ ਪੂੰਜੀ। ਕਈਆਂ ਮਨੁੱਖਾਂ ਨੇ ਜਿਨ੍ਹਾਂ ਨੇ ਧਨ ਜੋੜਿਆ ਹੈ, ਤਨ ਜਿਹੜਾ ਸਰੀਰ ਜਿਹੜਾ ਹੈ ਨਾ, ਇਹਨੂੰ ਕਈ ਵਾਰ ਸ਼ਿੰਗਾਰ ਕੇ ਰੱਖਦੇ ਨੇ, ਔਰ ਪੂੰਜੀ ਜਿਹੜੀ ਉਹ ਰੱਖਦੇ ਨੇ ਵੀ ਸਹੀ ਇਕੱਠੀ ਕਰ ਲਈਏ, ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਹੈ ਇਹ ਜਿਹੜੀ ਮਾਇਆ ਹੈ ਨਾ ਸਾਡੇ ਨਾਲ ਜਾਏਗੀ। ਪਰ ਜਾਣਾ ਤੇ ਕਿਸੇ ਵੀ ਨਾਲ ਨਹੀਂ,
ਸਤਿਗੁਰੂ ਜੀ ਇੱਥੇ ਭਾਈ ਸੰਤੋਖ ਸਿੰਘ ਜੀ ਚੂੜਾਮਨ ਕਵੀ ਸਨ ਜਿਹੜੇ ਉਹ ਸਮਝਾਉਣਾ ਕਰਦੇ ਨੇ, ਤਾਂ ਤੇ ਮਾਨੁਖ ਤਨ ਲੱਖ ਪੂੰਜੀ, ਕਿਉਂਕਿ ਇਹ ਪੂੰਜੀ ਹੈ। ਇਹ ਵੀ ਜਿਹੜੇ ਸਾਨੂੰ ਸਵਾਸ ਮਿਲੇ ਨੇ ਨਾ, ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਪੂੰਜੀ ਹੈ। ਜਿੰਨਾ ਚਿਰ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਵਿੱਚ ਨਹੀਂ ਜੁੜਦੇ, ਉਹਦੀ ਬੰਦਗੀ ਨਹੀਂ ਕਰਦੇ, ਉਹਨੂੰ ਚੇਤੇ ਨਹੀਂ ਕਰਦੇ, ਉਹਨਾਂ ਚਿਰ ਸਾਡਾ ਪਾਰ ਉਤਾਰਾ ਨਹੀਂ ਹੋਣਾ ਹੈ ਜੀ। ਭਜੋ ਨਾਮ ਤਜ ਇੱਛਾ ਦੂਜੀ। ਇਸ ਭਾਈ ਜੀ ਇੱਥੇ ਲਿਖਣਾ ਚਾਹੁੰਦੇ ਨੇ ਵੀ ਜਿਹੜੇ ਨਾਮ ਨੂੰ ਭਜਦੇ ਨੇ, ਜਿਹੜੇ ਉਸ ਨਾਮ ਨੂੰ ਚੇਤੇ ਕਰਦੇ ਨੇ ਨਾ, ਉਹਨਾਂ ਦਾ ਹੀ ਇਸ ਸੰਸਾਰ ਤੇ ਜਿਹੜਾ ਉਸਤਤ ਹੁੰਦੀ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਾਣੀ ਦੇ ਅੰਦਰ ਸਮਝਾਉਂਦੇ ਨੇ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਜਿਹੜੇ ਨਾਮ ਨੂੰ ਸਿਮਰਦੇ ਨੇ, ਕਿਉਂਕਿ ਹਰ ਇੱਕ ਮਨੁੱਖ ਦਾ ਜਿਹੜਾ ਨਿਸ਼ਾਨਾ ਹੈ, ਜਿਹੜਾ ਨੇਮ ਹੈ, ਜਿਹੜੀ ਮਰਿਆਦਾ ਹੈ, ਉਸ ਨਾਮ ਨੂੰ ਭੱਜਣ ਦੀ ਹੈ। ਤੇ ਇੱਥੇ ਵੀ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ ਕਿ ਉਸ ਨਾਮ ਨੂੰ ਭਜੋ, ਉਸ ਨਾਮ ਨੂੰ ਚੇਤੇ ਕਰੋ ਜੀ। ਸੋਨੋ ਉਪਦੇਸ਼ ਧਨ ਧਨ ਕਹੈ। ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ, ਉਹਨੂੰ ਸੁਣ ਕੇ, ਕਿਉਂਕਿ ਅਸੀਂ ਧੰਨ ਧੰਨ ਕਹਿੰਦੇ ਆ ਜਦੋਂ ਅਸੀਂ ਸਤਿਗੁਰੂ ਦੇ ਪਿਆਰ ਦੇ ਅੰਦਰ ਬਾਣੀ ਪੜ੍ਹਦੇ ਆ ਤੇ ਸਾਡੇ ਮੂੰਹ ਦੇ ਅੰਦਰੋਂ ਬੋਲ ਨਿਕਲਣੇ ਨੇ, ਕਿਉਂਕਿ ਸਤਿਗੁਰੂ ਦੇ ਪ੍ਰਤੀ ਸਾਡੇ ਬੋਲ ਨਿਕਲਦੇ ਨੇ। ਜਦੋਂ ਗੁਰੂ ਦਾ ਉਪਦੇਸ਼ ਸੁਣਦੇ ਹਾਂ ਤੇ ਧੰਨ ਧੰਨ ਆਪਣੇ ਆਪ ਹੀ ਸਾਡੇ ਮੁਖ ਤੋਂ ਨਿਕਲਦਾ ਹੈ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਆ ਤੇ ਜਦੋਂ ਗੁਰੂ ਦੇ ਚਰਨਾਂ ਵਿੱਚ ਆਉਨੇ ਆ ਤੇ ਸਾਡੇ ਮੂੰਹ ਚੋਂ ਸਹਿ ਸੁਭਾਈ ਇਹ ਬੋਲ ਨਿਕਲ ਜਾਂਦੇ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਇੱਥੇ ਵੀ ਸਤਿਗੁਰੂ ਜੀ ਸਮਝਾਉਣਾ ਚਾਹੁੰਦੇ ਨੇ ਕਿ ਜਿਹੜੇ ਉਸ ਪ੍ਰਮਾਤਮਾ ਦੇ ਉਪਦੇਸ਼ ਨੂੰ ਸੁਣਦੇ ਨੇ, ਜਿਹੜੇ ਗੁਰੂ ਦੇ ਉਪਦੇਸ਼ ਨੂੰ ਸੁਣਦੇ ਨੇ, ਉਹ ਧੰਨ ਧੰਨ ਕਹੀ ਜਾਂਦੇ ਨੇ। ਮਹਾਪੁਰਖ ਪੂਰਨ ਇਹ ਹੈ। ਜਿਹੜੇ ਮਹਾਂਪੁਰਖ ਨੇ, ਕਿਉਂਕਿ ਬਹੁਤਾਤ ਦੇ ਅੰਦਰ ਜਿਹੜੇ ਗੁਰੂ ਦੇ ਨਾਲ ਜੁੜੇ ਹੁੰਦੇ ਨੇ ਨਾ, ਉਹੋ ਹੀ ਸਾਨੂੰ ਨਾਮ ਸਿਮਰਨ ਦੀ, ਨਾਮ ਜਪਣ ਦੀ ਜਾਚ ਦੱਸਦੇ ਨੇ। ਔਰ ਸਾਧ ਸੰਗਤ ਜਿਹੜੇ ਸਿਮਰਨ ਦੇ ਨਾਲ ਜੁੜਦੇ ਨੇ, ਜਿਹੜੇ ਬਾਣੀ ਦੇ ਨਾਲ ਜੁੜਦੇ ਨੇ, ਸਤਿਗੁਰਾਂ ਨੇ ਬਾਣੀ ਦੇ ਅੰਦਰ ਸਾਨੂੰ ਸਮਝਾਇਆ ਕਿ ਜਿਹੜੇ ਆਪ ਜਪਦੇ ਨੇ ਉਹਨਾਂ ਨੇ ਪ੍ਰੇਰਨਾ ਕਰਨੀ ਹੈ। ਜਿਹੜਾ ਜਪੇਗਾ ਨਹੀਂ ਉਹ ਸਾਨੂੰ ਪ੍ਰੇਰਨਾ ਨਹੀਂ ਕਰਦਾ। ਸਤਿਗੁਰੂ ਬਾਣੀ ਅੰਦਰ ਸਮਝਾਉਂਦੇ ਨੇ ਕਿ ਇਹ ਨਾ ਹੋਵੇ ਕਿ ਤੁਸੀਂ ਦੁਨੀਆ ਨੂੰ ਕਹਿੰਦੇ ਰਹੋ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬੋਲ ਪੜ੍ਹਦੇ ਹਾਂ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਜਿਹੜੇ ਗੁਰੂ ਦੇ ਨਾਮ ਨੂੰ ਆਪ ਵੀ ਜਪਦੇ ਨੇ ਤੇ ਹੋਰਨਾਂ ਨੂੰ ਵੀ ਜਪਾਉਣਾ ਕਰਦੇ ਨੇ। ਜਿਨ ਮੰਨਿਓ ਪੁਨ ਕੀਨ ਕਮਾਵਨ। ਜਿਨ੍ਹਾਂ ਮਨੁੱਖਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਹੈ, ਉਹਨਾਂ ਦਾ ਮਨ ਜਿਹੜਾ ਗੁਰੂ ਤੇ ਪੂਰਾ ਜੁੜ ਗਿਆ ਹੈ ਜੀ। ਤਿਨਹਿ ਲਹਿਓ ਪਰਮ ਪਦ ਪਾਵਨ। ਤੇ ਜਿਨ੍ਹਾਂ ਮਨੁੱਖਾਂ ਨੇ ਉਸ ਨਾਮ ਨੂੰ ਸਿਮਰਨਾ ਕੀਤਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨਾ ਕੀਤਾ ਹੈ, ਉਹਨਾਂ ਨੇ ਪਰਮ ਪਦ, ਭਾਵ ਕਿ ਵੱਡਾ ਜਿਹੜਾ ਪਦ ਹੈ ਨਾ, ਉਹ ਪ੍ਰਾਪਤ ਕਰ ਲਿਆ। ਔਰ ਪ੍ਰਾਪਤ ਕਿਵੇਂ ਹੋਵੇਗਾ? ਇਹ ਪਰਮ ਪਦ ਜਿਹੜਾ ਮੰਨਣ ਦੇ ਨਾਲ, ਗੁਰੂ ਦੇ ਸਿਧਾਂਤ ਤੇ ਚੱਲਣ ਦੇ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਅਸੀਂ ਪੜ੍ਹਦੇ ਹਾਂ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਜਮ ਕੈ ਸਾਥ ਨ ਜਾਏ। ਅਸੀਂ ਬਾਣੀ ਅੰਦਰ ਪੜ੍ਹਦੇ ਹਾਂ, ਮੰਨੈ ਤਰੇ ਤਾਰੇ ਗੁਰ ਸਿੱਖ। ਜਿਹੜਾ ਮੰਨਦਾ ਹੈ ਨਾ, ਤੇ ਸਤਿਗੁਰੂ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਮੰਨੇ ਕੀ ਗਤ ਕਹੀ ਨਾ ਜਾਏ। ਅਸੀਂ ਬਾਣੀ ਅੰਦਰ ਪੜ੍ਹਦੇ ਹਾਂ, ਜਿਹੜੇ ਉਸ ਨਾਮ ਨੂੰ ਸਿਮਰਦੇ ਨੇ, ਜਿਹੜੇ ਉਸ ਨਾਮ ਦੇ ਨਾਲ ਜੁੜਦੇ ਨੇ, ਉਹ ਪਰਮ ਪਦ, ਵੱਡੀ ਅਵਸਥਾ ਜਿਹੜੀ ਹੈ ਨਾ, ਉਹ ਪ੍ਰਾਪਤ ਕਰ ਲੈਂਦੇ ਨੇ। ਬੋਹਰ ਗਵਨ ਕੀ ਕਾਰਿ ਅਭਿਲਾਖਾ। ਤੇ ਬੋਹਰ ਗਵਨ ਦੀ ਜਿਹੜੀ ਅਭਿਲਾਖਾ ਨਾ, ਉਹਨਾਂ ਦੇ ਮਨ ਦੇ ਅੰਦਰ ਇੱਕ ਫੁਰਨਾ ਪੈਦਾ ਹੁੰਦਾ ਹੈ ਕਿ ਹੋਰ ਕਰੀਏ। ਕਿਉਂਕਿ ਸਤਿਗੁਰੂ ਦੇ ਨਾਮ ਨੂੰ ਸਿਮਰਨ ਦੇ ਨਾਲ ਜਿਹੜਾ ਖਾਂਦਾ ਹੈ ਨਾ, ਗੁਰੂ ਕੇ ਸਿਧਾਂਤ ਨੂੰ, ਬਾਣੀ ਨੂੰ, ਕਿਉਂਕਿ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਉਹਦੇ ਮਨ ਦੇ ਅੰਦਰ ਹੋਰ ਇੱਛਾ ਜਾਗਦੀ ਹੈ ਤੇ ਗੁਰੂ ਦੇ ਨਾਮ ਨੂੰ ਸਿਮਰ ਕੇ ਆਪਣੇ ਜੀਵਨ ਨੂੰ ਸਫਲਿਆਂ ਕਰ ਲੈਂਦਾ ਹੈ ਜੀ। ਮੋਜ ਪੁਨ ਮਰਦਾਨੇ ਸੋ ਭਾਖਾ।
ਹੁਣ ਸਤਿਗੁਰੂ ਜੀ ਸਮਝਾਉਣ ਲੱਗੇ ਕਿ ਜਿਹੜੇ ਗੁਰੂ ਦੇ ਸਿਧਾਂਤ ਦੇ ਨਾਲ ਜੁੜਦੇ ਨੇ, ਮੁਝ ਪੁੰਨ ਮਰਦਾਨੇ ਸੋ ਭਾਖਾ। ਭਾਖਾ ਦਾ ਅਰਥ ਹੈ ਕਿ ਸਤਿਗੁਰੂ ਦੀ ਜਿਹੜੀ ਭਾਖਿਆ, ਜਿਹੜੇ ਉਸ ਭਾਖਿਆ ਨੂੰ ਬਾਣੀ ਦੇ ਲੜ ਲੱਗਦੇ ਨੇ, ਗੁਰੂ ਦੇ ਸਿਧਾਂਤ ਦੇ ਨਾਲ ਜੁੜਦੇ ਨੇ, ਉਹਨਾਂ ਦੇ ਜੀਵਨ ਦੇ ਵਿੱਚੋਂ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਗੁਰੂ ਦੇ ਸਿਧਾਂਤ ਦੇ ਨਾਲ ਜੁੜੇ, ਬਾਣੀ ਦੇ ਲੜ ਲੱਗੇ ਨੇ, ਸਾਧ ਸੰਗਤ ਉਹਨਾਂ ਦਾ ਜੀਵਨ ਬਦਲ ਗਿਆ। ਭਾਈ ਮਰਦਾਨਾ ਜੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ 10 ਸਾਲ ਵੱਡੇ ਵੀ ਨੇ, ਪਰ ਹੁੰਦਾ ਕੀ ਹੈ, ਸਤਿਗੁਰੂ ਦੇ ਨਾਲ ਨਾਲ ਰਹਿੰਦੇ ਨੇ, ਔਰ ਸਤਿਗੁਰੂ ਜਿੱਥੇ ਵੀ ਜਾਂਦੇ ਨੇ ਉੱਥੇ ਸਤਿਗੁਰੂ ਦੇ ਨਾਲ ਜਾਂਦੇ ਨੇ ਔਰ ਬਾਣੀ ਉਚਾਰਨ ਕਰਦੇ ਨੇ। ਸਤਿਗੁਰੂ ਜਦੋਂ ਵੀ ਭਾਈ ਮਰਦਾਨਾ ਨੂੰ ਕਹਿੰਦੇ ਨੇ ਨਾ, ਮਰਦਾਨਿਆਂ ਰਬਾਬ ਛੇੜ ਬਾਣੀ ਆਈ, ਤੇ ਸਾਧ ਸੰਗਤ ਬਾਣੀ ਦੇ ਲੜ ਲੱਗਦੇ ਨੇ, ਜੀਵਨ ਜਿਹੜਾ ਉਹਨਾਂ ਦਾ ਬਦਲ ਜਾਂਦਾ ਹੈ ਜੀ। ਚਲੋ ਅਬੈ ਤਿਰਥਨ ਕੋ ਦੇਖੈ। ਹੁਣ ਭਾਈ ਮਰਦਾਨਾ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਵੀ ਮਰਦਾਨਿਆ ਅਸੀਂ ਬੜਾ ਰਟਨ ਕਰ ਲਿਆ ਹੈ, ਹੁਣ ਇੰਝ ਕਰੀਏ ਕਿ ਜਿੱਥੇ ਅਸੀਂ ਆਪਣੇ ਪਰਿਵਾਰ ਦੇ ਅੰਦਰ, ਸੰਸਾਰ ਦੇ ਅੰਦਰ ਵਿਚਰੇ ਹਾਂ, ਉੱਥੇ ਹੁਣ ਤੀਰਥਾਂ ਦਾ ਰਟਨ ਕਰਨਾ ਹੈ, ਤੀਰਥਾਂ ਦੀ ਯਾਤਰਾ ਕਰਨੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਇਤਿਹਾਸ ਨੂੰ ਵਾਚਦੇ ਹਾਂ ਤੇ ਸਤਿਗੁਰੂ, ਕਿਉਂਕਿ ਬੈਕੁੰਠ ਗਮਨ ਜਿਹੜਾ ਉਹਨਾਂ ਦੇ ਮਾਤਾ ਪਿਤਾ ਦਾ ਅਸੀਂ ਇਤਿਹਾਸ ਸਰਵਣ ਕਰਦੇ ਹਾਂ, ਸਤਿਗੁਰੂ ਜਿੱਥੇ ਵੀ ਜਾਂਦੇ ਨੇ, ਕਿਉਂਕਿ ਸਤਿਗੁਰੂ ਤੀਰਥਾਂ 'ਤੇ ਜਾ ਕੇ ਹਜ਼ੂਰ ਹਰਿਦੁਆਰ ਗਏ ਤੇ ਸਤਿਗੁਰੂ ਨੇ ਉੱਥੇ ਵੀ ਜਿਹੜੇ ਪੰਡਤ ਲੋਕ ਸਨ, ਜਿਹੜੇ ਤੀਰਥਾਂ ਦੇ ਉੱਤੇ ਵਿਸ਼ਵਾਸ ਰੱਖਣ ਵਾਲੇ ਸਨ, ਜਿਹੜੇ ਸੂਰਜ ਦੇਵਤੇ ਨੂੰ ਮੰਨਣ ਵਾਲੇ ਸਨ, ਉਹਨਾਂ ਨੇ ਸੂਰਜ ਵੱਲ ਨੂੰ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਤੇ ਸਤਿਗੁਰੂ ਹੁਣ ਇੱਥੇ ਕਹਿ ਰਹੇ ਨੇ ਵੀ ਅਸੀਂ ਤੀਰਥਾਂ ਨੂੰ ਜਾਣਾ ਹੈ, ਤੇ ਸਤਿਗੁਰੂ ਤੀਰਥਾਂ 'ਤੇ ਜਾ ਕੇ ਉੱਥੇ ਲੋਕਾਂ ਦਾ ਉਧਾਰ ਕਰਦੇ ਨੇ, ਜਿਹੜੇ ਸੂਰਜ ਦੇਵਤੇ ਨੂੰ ਦੇਵਤਾ ਮੰਨੀ ਫਿਰਦੇ ਨੇ। ਸਤਿਗੁਰੂ ਨੇ ਉਹਨਾਂ ਨੂੰ ਸਮਝਾਉਣਾ ਕੀਤਾ ਕਿ ਪਾਣੀ ਉਹ ਚੜ੍ਹਦੇ ਵਾਲੇ ਪਾਸੇ ਨੂੰ ਮੂੰਹ ਦੇ ਕਰਕੇ ਪਾਣੀ ਦੇ ਰਹੇ ਸਨ, ਪਰ ਸਤਿਗੁਰੂ ਨੇ ਲਹਿੰਦੇ ਵਾਲੇ ਪਾਸੇ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਹੁਣ ਇੱਥੇ ਭਾਈ ਮਰਦਾਨਾ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਵੀ ਹੁਣ ਆਪਾਂ ਤੀਰਥਾਂ ਦਾ ਰਟਨ ਕਰਨਾ ਹੈ ਜੀ। ਜਹ ਮਾਨੋ ਹਵੈ ਜਾਤ ਵਿਸ਼ੇਖੈ। ਹੁਣ ਹੁੰਦਾ ਕਿ ਇਹ ਬਹੁਤਾਤ ਦੇ ਅੰਦਰ ਅਸੀਂ ਵੇਖਦੇ ਹਾਂ ਕਿ ਕਿਸੇ ਵੀ ਤੀਰਥ ਦੇ ਉੱਤੇ ਉੱਥੇ ਬਹੁਤ ਜ਼ਿਆਦਾ ਮਨੁੱਖ ਜਿਹੜੇ ਨੇ ਉਹ ਸਾਨੂੰ ਮਿਲਦੇ ਨੇ, ਤੇ ਸਤਿਗੁਰੂ ਜੀ ਨੇ ਵੀ ਇਹ ਮਨ ਬਣਾਇਆ ਕਿ ਜਿੱਥੇ ਜ਼ਿਆਦਾ ਮਨੁੱਖ ਨੇ, ਕਿਉਂਕਿ ਤੀਰਥਾਂ ਦੇ ਉੱਤੇ ਆਮ ਲੋਕ ਜਿਹੜੇ ਸਨ ਇਸ਼ਨਾਨ ਕਰਦੇ ਸਨ, ਤੇ ਸਤਿਗੁਰੂ ਉਹਨਾਂ ਨੂੰ ਉਪਦੇਸ਼ ਦਿੰਦੇ ਸਨ, ਕਿਉਂਕਿ ਉਪਦੇਸ਼ ਜਿਹੜਾ ਏ ਜਿੱਥੇ ਸੰਗਤ ਹੋਵੇਗੀ, ਜਿੱਥੇ ਲੋਕ ਹੋਣਗੇ, ਜੁੜੇ ਹੋਣਗੇ, ਸਤਿਗੁਰੂ ਉੱਥੇ ਹੀ ਲੋਕਾਂ ਦਾ ਉਧਾਰ ਕਰਦੇ ਸਨ। ਤੇ ਸਤਿਗੁਰੂ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਕਹਿਣ ਲੱਗੇ ਪਾਤਸ਼ਾਹ ਕਿ ਉੱਥੇ ਜਿਹੜੇ ਮਨੁੱਖ ਨੇ ਬੜੇ ਹੋਣਗੇ, ਬਹੁਤ ਜ਼ਿਆਦਾ ਹੋਣਗੇ, ਤੇ ਕਿਉਂ ਨਾ ਹੋਵੇ ਅਸੀਂ ਤੀਰਥਾਂ 'ਤੇ ਜਾਈਏ ਤੇ ਜਿਹੜੇ ਬਹੁਤ ਮਨੁੱਖ ਹੋਣਗੇ ਨਾ ਉਹਨਾਂ ਨੂੰ ਸਮਝਾਉਣਾ ਕਰੀਏ। ਨਾਰਜ ਪਾਨ ਮੇਲ ਕਹਿ ਲਾਲੂ। ਹੁਣ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਇਹ ਗੱਲ ਪਾਤਸ਼ਾਹ ਨੇ ਕਹਿਣਾ ਕੀਤੀ ਤੇ ਸਾਧ ਸੰਗਤ ਜੀ, ਭਾਈ ਲਾਲੂ ਜੀ ਜਿਹੜੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਹੁਤ ਹੀ ਸਤਿਕਾਰਯੋਗ ਨੇ, ਤੇ ਸਾਧ ਸੰਗਤ ਉਹਨਾਂ ਮਨ ਦੇ ਅੰਦਰ ਨਾਰਾਜ਼ ਕੀਤਾ ਕਿ ਹੁਣ ਕੀ ਹੋਵੇਗਾ, ਨਾਰਜ ਪਾਣ ਮੇਲ ਕਹਿ ਲਾਲੂ, ਤੇ ਹੁਣ ਕੀ ਹੋਏਗਾ ਸਾਡਾ, ਤੁਸੀਂ ਜਾ ਰਹੇ ਜੋ। ਸਤਿਗੁਰਾਂ ਜਦੋਂ ਇਹ ਗੱਲ ਕਹੀ ਵੀ ਅਸੀਂ ਤੀਰਥਾਂ 'ਤੇ ਜਾ ਰਹੇ ਹਾਂ, ਉੱਥੇ ਲੋਕਾਂ ਦਾ ਉਧਾਰ ਕਰਨਾ ਹੈ, ਤੇ ਸਾਧ ਸੰਗਤ ਇਹ ਨਾਰਾਜ਼ ਹੋਏ, ਮਨ ਦੇ ਅੰਦਰ ਕਹਿਣ ਲੱਗੇ ਤੁਹਾਡੇ ਦਰਸ਼ਨ ਕਿਵੇਂ ਹੋਣਗੇ। ਤੇ ਸਤਿਗੁਰੂ ਜੀ ਸਮਝਾਉਂਦੇ ਨੇ ਜੀ, ਤਾਤ ਚਲੇ ਹਮਰੋ ਕਹਿ ਹਾਲੂ। ਕਹਿਣ ਲੱਗੇ ਤੁਸੀਂ ਤੇ ਚਲੇ ਚੱਲੇ ਹੋ, ਪਰ ਸਾਡਾ ਹਾਲ ਕੀ ਹੋਵੇਗਾ ਮਗਰੋਂ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਤਿਗੁਰੂ ਤੇ ਇੰਨੇ ਕਿਰਪਾਲੂ ਨੇ ਕਿ ਜਿਹੜਾ ਸਤਿਗੁਰੂ ਦੇ ਭਾਵਨਾ ਰੱਖ ਕੇ ਦਰਸ਼ਨ ਕਰ ਲੈਂਦਾ ਹੈ ਨਾ, ਕਿਉਂਕਿ ਸਤਿਗੁਰੂ ਕਿਰਪਾਲੂ ਨੇ, ਜਿਹਨੂੰ ਇੱਕ ਵਾਰ ਦਰਸ਼ਨ ਦੇ ਦਿੰਦੇ ਨੇ, ਜਿਹੜਾ ਗੁਰੂ ਦੇ ਦਰਸ਼ਨ ਕਰ ਲੈਂਦਾ ਹੈ ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ। ਕਦੇ ਸਤਿਗੁਰੂ ਨੇ ਦਰਸ਼ਨ ਦਿੱਤੇ, ਜਿਸ ਨੂੰ ਵੀ ਦਰਸ਼ਨ ਕੀਤੇ, ਇਤਿਹਾਸ ਵਿੱਚ ਜਦੋਂ ਅਸੀਂ ਵਾਚਦੇ ਹਾਂ
ਕਿ ਜੇ ਭਾਈ ਮਰਦਾਨਾ ਜੀ ਨਾਲ ਨਾ ਹੁੰਦੇ ਤੇ ਜਿੰਨੇ ਲੋਕਾਂ ਦਾ ਪਾਤਸ਼ਾਹ ਨੇ ਉਧਾਰ ਕੀਤਾ ਉਹ ਉਧਾਰ ਨਹੀਂ ਸੀ ਹੋਣਾ। ਹੁਣ ਇੱਥੇ ਵੀ ਜਦੋਂ ਸਤਿਗੁਰੂ ਚੱਲੇ ਨੇ ਤੇ ਬਾਅਦ ਦੇ ਅੰਦਰ ਕਹਿਣ ਲੱਗੇ ਕਿ ਸਾਡਾ ਹਾਲ ਮਗਰੋਂ ਕੀ ਹੋਵੇਗਾ, ਸਾਡਾ ਕਿਵੇਂ ਗੁਜ਼ਾਰਾ ਹੋਏਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਹੁਤ ਹੀ ਸਤਿਕਾਰਯੋਗ ਕਹਿਣਾ ਕਰ ਰਹੇ ਹਨ ਜੀ। ਝੂਠੋ ਜਗਤ ਸਾਚ ਤਰ ਆਪੂ। ਸਤਿਗੁਰੂ ਕਹਿਣ ਲੱਗੇ ਜਿਹੜਾ ਇਹ ਜਗਤ ਦਾ ਮੋਹ ਹੈ ਨਾ, ਇਹ ਸਾਰਾ ਹੀ ਝੂਠਾ ਹੈ ਔਰ ਸਾਰੇ ਲੋਕ ਜਿਹੜੇ ਨੇ ਝੂਠੇ ਨੇ। ਅਸੀਂ ਬਾਣੀ ਦੇ ਅੰਦਰ ਵੀ ਪੜ੍ਹਦੇ ਹਾਂ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਸਤਿਗੁਰੂ ਬਾਣੀ ਅੰਦਰ ਸਮਝਾਉਂਦੇ ਨੇ ਕਿ ਜਗਤ ਦੀ ਜਿਹੜੀ ਪ੍ਰੀਤ ਹੈ ਨਾ ਬੜੀ ਝੂਠੀ ਹੈ ਤੇ ਸਾਰੇ ਜਿਹੜੇ ਆਪਣੇ ਸੁੱਖ ਕਰਕੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਤੇ ਸਤਿਗੁਰੂ ਇੱਥੇ ਵੀ ਸਮਝਾਉਂਦੇ ਨੇ ਝੂਠੋ ਜਗਤ ਸਾਚ ਧਰ ਆਪੂ। ਸਾਰੇ ਜਿਹੜੇ ਨੇ ਝੂਠੇ ਲੋਕ ਨੇ, ਪਰ ਜੁੜਨਾ ਕਿਹਦੇ ਨਾਲ ਹੈ? ਅਸੀਂ ਉਸ ਨਾਮ ਸਿਮਰਨ ਦੇ ਨਾਲ, ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜਨਾ ਹੈ ਜੀ। ਸਿਮਰ ਨਾਮ ਨਹਿ ਸੋਗ ਕਦਾਪੂ। ਸਤਿਗੁਰੂ ਕਹਿਣ ਲੱਗੇ ਜਿਹੜੇ ਸਿਮਰਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਸੋਗ ਨਹੀਂ ਹੁੰਦਾ, ਸੁੱਖ ਹੁੰਦਾ ਹੈ। ਕਿਉਂਕਿ 10ਵੇਂ ਪਾਤਸ਼ਾਹ ਮਹਾਰਾਜ ਜੀ, ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਹਜ਼ੂਰ ਕਦੇ ਸਮਾਂ ਸੀ ਤੇ ਸਤਿਗੁਰੂ ਜੀ ਮਖਮਲੀ ਸੇਜਾਂ ਤੇ ਬੜੇ ਕੀਮਤੀ ਬਸਤਰਾਂ ਤੇ ਸਤਿਗੁਰੂ ਆਰਾਮ ਕਰਦੇ ਰਹੇ। ਪਰ ਸਮਾਂ ਆਇਆ ਤੇ ਪਾਤਸ਼ਾਹ ਨੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਵੀ ਸਤਿਗੁਰਾਂ ਜੀਵਨ ਬਤੀਤ ਕੀਤਾ। ਔਰ ਸਾਧ ਸੰਗਤ ਸਮਰੱਥ ਗੁਰੂ ਕਰ ਸਕਦਾ ਹੈ। ਤੇ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਿਮਰਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਸੋਗ ਨਹੀਂ ਆਉਂਦਾ। ਸੋਗ ਤੋਂ ਭਾਵ ਕਦੀ ਵੀ ਉਹਨਾਂ ਦੇ ਜੀਵਨ ਦੇ ਵਿੱਚ ਨਿਰਾਸ਼ਾ ਨਹੀਂ ਹੁੰਦੀ। ਉਹ ਸਦਾ ਹੀ ਉਸ ਨਾਮ ਨੂੰ ਸਿਮਰਦੇ ਰਹਿੰਦੇ ਹਨ ਜੀ। ਦੋਹਰਾ ਜਾਫਲ ਸਤਿਗੁਰ ਬਚਨ ਕਰ, ਮੋਹ ਸੰਨ ਕਰ ਨਾਸ਼। ਸਤਿਗੁਰੂ ਜੀ ਹੁਣ ਬਚਨ ਕਹਿ ਰਹੇ ਹਨ ਜੀ। ਮੋਦ ਕੰਠ ਤਰ ਕਹਿਤ ਪਾ, ਤਾਤ ਖੇਲ ਜਹ ਆਸ। ਸਤਿਗੁਰੂ ਜੀ ਕਹਿਣ ਲੱਗੇ ਉਸ ਨਾਮ ਨੂੰ ਤੁਸੀਂ ਸਿਮਰਨਾ ਕਰਨਾ ਹੈ ਤੇ ਜਦੋਂ ਸਿਮਰੋਗੇ ਤੇ ਜਿਹੜਾ ਮਨ ਦੇ ਅੰਦਰ ਤੁਹਾਡੇ ਤਾਤ ਭਰਾਈ ਹੈ ਉਹ ਸਾਰੀ ਜਿਹੜੀ ਜੀਵਨ ਦੇ ਵਿੱਚੋਂ ਨਿਕਲ ਜਾਏਗੀ। ਖੇਲ ਜਹ ਆਸ। ਜਦੋਂ ਉਸ ਨਾਮ ਨੂੰ ਸਿਮਰਾਂਗੇ ਤੇ ਮਨ ਦੇ ਅੰਦਰ ਆਸਾ ਪੈਦਾ ਹੋਏਗੀ ਔਰ ਆਸਾ ਦੇ ਨਾਲ ਜਿਹੜਾ ਸਾਡੀਆਂ ਇੱਛਾਵਾਂ ਨੇ ਉਹ ਪੂਰੀਆਂ ਹੋਣਗੀਆਂ। ਔਰ ਸਤਿਗੁਰੂ ਸਾਰੀਆਂ ਆਸਾਂ ਜਿਹੜੀਆਂ ਉਹ ਪੂਰੀਆਂ ਕਰਦੇ ਹਨ ਜੀ। ਚੌਪਈ ਸੁਨ ਸ਼੍ਰੀ ਅੰਗਦ ਧਾਰ ਉਮੰਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸੁਣਨਾ ਕਰਦੇ ਨੇ। ਸ਼੍ਰੀ ਅੰਗਦ ਧਾਰ ਉਮੰਗਾ, ਸੁਣ ਸ਼੍ਰੀ ਅੰਗਦ ਧਾਰ ਉਮੰਗਾ। ਹੁਣ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਜਿਹੜੀ ਉਹ ਸੁਣ ਰਹੇ ਹਨ ਜੀ। ਮੁਝ ਮਰਦਾਨੇ ਕੋ ਲੀਏ ਸੰਗਾ। ਹੁਣ ਭਾਈ ਮਰਦਾਨਾ ਜੀ ਹਰ ਵੇਲੇ ਸਤਿਗੁਰੂ ਦੇ ਨਾਲ ਰਹਿੰਦੇ ਨੇ ਕਿਉਂਕਿ ਸਤਿਗੁਰੂ ਦੇ ਪਿਆਰੇ ਸਿੱਖ ਨੇ। ਔਰ ਸਤਿਗੁਰੂ ਨੇ ਸਮਝਾਉਣਾ ਕੀਤਾ। ਜਿੱਥੇ ਅੱਜ ਅਸੀਂ ਵਿਸਾਖੀ ਦਾ ਦਿਹਾੜਾ ਮਨਾ ਰਹੇ ਹਾਂ, ਸਾਧ ਸੰਗਤ ਸਤਿਗੁਰੂ ਨੇ ਸਾਨੂੰ ਕਿਹਾ ਸੀ ਨਾ, ਜਿਹੜੀ ਇਹ ਦਾਤ ਤੈਨੂੰ ਕੇਸਾਂ ਦੀ ਦਿੱਤੀ ਹੈ ਨਾ, ਇਹ ਤੇਰੀ ਨਹੀਂ ਹੈ, ਇਹ ਗੁਰੂ ਦੀ ਹੈ। ਬਹੁਤਾਤ ਦੇ ਅੰਦਰ ਕੀ ਹੈ ਕਿ ਜਿਹੜਾ ਗੁਰੂ ਦਾ ਸਿਧਾਂਤ ਹੈ ਅਸੀਂ ਉਹਦੇ ਨਾਲੋਂ ਟੁੱਟ ਕੇ ਇਹਨਾਂ ਕੇਸਾਂ ਦੀ ਬੇਅਦਬੀ ਵੀ ਕਰੀ ਜਾਂਦੇ ਹਾਂ। ਪਰ ਸਤਿਗੁਰੂ ਕਹਿਣ ਲੱਗੇ ਤੇ ਗੁਰੂ ਦੀ ਦਾਤ ਹੈ। ਜਦੋਂ ਗੁਰੂ ਦੀ ਦਾਤ ਦੇ ਤੂੰ ਗੁਰੂ ਦੀ ਦਾਤ ਸਮਝਣ ਲੱਗ ਪਵੇਂਗਾ ਤੇ ਤੇਰੇ ਜੀਵਨ ਦੇ ਅੰਦਰ ਜਿਹੜਾ ਹੈ, ਜਿਵੇਂ ਭਾਈ ਮਰਦਾਨੇ ਨੇ ਸਮਝਿਆ ਨਾ, ਸਤਿਗੁਰੂ ਦੇ ਨਾਲ ਤੁਰਿਆ ਤੇ ਕਦੀ ਵੀ ਸਤਿਗੁਰੂ ਜਿੱਥੇ ਵੀ ਜਾਂਦੇ ਨੇ ਇਹ ਵਿਚਾਰ ਨਹੀਂ ਰੱਖੀ ਮਨ ਦੇ ਅੰਦਰ। ਭਾਈ ਮਰਦਾਨੇ ਨੇ ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਇਹਨਾਂ ਜਿਹੜੀਆਂ ਚੀਜ਼ਾਂ ਦਾ ਅਸੀਂ ਤੈਨੂੰ ਮਨਾ ਕਰਦੇ, ਕੇਸਾਂ ਦੀ ਬੇਅਦਬੀ ਨਹੀਂ ਕਰਾਉਣੀ। ਅੱਜ ਸਿੱਖ ਨੂੰ ਪਤਾ ਵੀ ਹੈ, ਪਰ ਸਾਧ ਸੰਗਤ ਗੁਰੂ ਕਾ ਸਿੱਖ ਜਿਹੜਾ ਹੈ, ਮਾਫ ਕਰਨਾ ਸੱਚ ਜੇ ਅੱਜ ਦੇ ਸਮੇਂ ਦੇ ਅੰਦਰ ਵੀ ਸਾਡੇ ਜਿਹੜੇ ਬੱਚੇ ਨੇ ਨਾ, ਬਹੁਤਾਤ ਦੇ ਅੰਦਰ ਕੇਸਾਂ ਦੀ ਬੇਅਦਬੀ ਕਰਾਉਂਦੇ ਨੇ। ਪਰ ਜਦੋਂ ਗੁਰੂ ਕੇ ਸਿਧਾਂਤ ਦੇ ਨਾਲ, ਮੈਂ ਬੇਨਤੀ ਕਰਾਂ ਕਿ ਜੇ ਅਸੀਂ ਗੁਰੂ ਦੇ ਸਿਧਾਂਤ ਦੇ ਲੜ ਨਹੀਂ, ਖਾਲਸਾ ਤੇ ਉਹੋ ਹੀ ਹੈ ਨਾ ਜਿਹੜਾ ਗੁਰੂ ਦੇ ਸਿਧਾਂਤ ਨੂੰ ਮਲਦਾ ਹੈ, ਜਿਹੜਾ ਗੁਰੂ ਦੇ ਦੱਸੇ ਹੋਏ ਰਹਿਤ ਮਰਿਆਦਾ ਅਨੁਸਾਰ ਰਹਿਤਨਾਮਿਆਂ ਦੇ ਵਿੱਚ ਵੀ ਅਸੀਂ ਬੋਲ ਪੜ੍ਹਦੇ ਹਾਂ। ਜਿਹੜਾ ਗੁਰੂ ਦੇ ਸਿਧਾਂਤ ਦੇ ਨਾਲ ਚੜ੍ਹਦਾ ਖਾਲਸਾ ਤੇ ਉਹ ਹੈ। ਇਹ ਥੋੜ੍ਹੀ ਹੈ ਕਿ ਮਨ ਮਰਜ਼ੀਆਂ ਕਰੀ ਜਾਵੇ ਤੇ ਗੁਰੂ ਕਾ ਅੰਮ੍ਰਿਤ ਪਾਣ ਵੀ ਨਾ ਕਰੇ।
ਤੇ ਕਹੀ ਜਾਵੇ ਜੀ ਅਸੀਂ ਸਿੱਖ ਹਾਂ। ਭਾਈ ਮਰਦਾਨੇ ਨੇ ਬਚਨ ਮੰਨੇ ਤੇ ਅੱਜ ਅਸੀਂ ਭਾਈ ਸ਼ਬਦ ਕਹਿ ਕੇ ਬੜੇ ਸਤਿਕਾਰ ਦੇ ਨਾਲ ਭਾਈ ਮਰਦਾਨਾ ਜੀ ਕਹਿੰਦੇ ਆ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਚਨ ਮੰਨਿਆ। ਤੇ ਜੇ ਅਸੀਂ ਵੀ ਗੁਰੂ ਕਾ ਸ਼ਬਦ ਮੰਨਾਂਗੇ, ਗੁਰੂ ਕੇ ਸਿਧਾਂਤ ਤੇ ਪਹਿਰਾ ਦੇਵਾਂਗੇ, ਤੇ ਹੋਏਗਾ ਕਿ ਸਤਿਗੁਰੂ ਵੀ ਸਾਡੇ ਤੇ ਪ੍ਰਸੰਨ ਹੋਣਗੇ ਜੀ। ਮਿਲ ਸਭ ਸੋ ਕੀਨੋ ਪ੍ਰਸਥਾਨਾ। ਸਾਰੇ ਮਿਲ ਕੇ ਹੁਣ ਪ੍ਰਸਤਾਨਾ ਤੋਂ ਭਾਵ ਉਸ ਗੁਰੂ ਦੀ ਉਸਤਤ ਕਰਦੇ ਨੇ। ਜੀਤਨ ਦੰਬੀ ਜੇ ਅਗਿਆਨਾ। ਹੁਣ ਸਾਰੇ ਜਿਹੜੇ ਨੇ, ਜਿੰਨੇ ਵੀ ਜੀਵ ਨੇ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨ ਵਾਲੇ ਨੇ, ਕਿਉਂਕਿ ਗੁਰੂ ਦਾ ਵਿਛੋੜਾ ਜਿਹੜਾ ਸਮਰੱਥ ਗੁਰੂ ਦਾ, ਜਿਵੇਂ ਆਪਾਂ ਪਿੱਛੇ ਸਰਵਣ ਕਰ ਰਹੇ ਸਾਂ, ਇਹ ਕਈਆਂ ਨੇ ਮਨ ਦੇ ਅੰਦਰ ਵਿਚਾਰ ਕੀਤੀ ਵੀ ਪਾਤਸ਼ਾਹ ਤੁਸੀਂ ਚਲੇ ਜਾਓਗੇ, ਤੀਰਥਾਂ ਤੇ ਜਾਓਗੇ, ਤੇ ਸਾਡਾ ਮਗਰੋਂ ਹਾਲ ਕੀ ਹੋਵੇਗਾ, ਜਿਹੜੇ ਗੁਰੂ ਦੇ ਨਾਲ ਪ੍ਰੀਤ ਕਰਨ ਵਾਲੇ ਨੇ। ਇਸੇ ਤਰ੍ਹਾਂ ਸਿੱਖ ਦਾ ਸੁਭਾਅ ਹੈ, ਜਿਹੜਾ ਗੁਰੂ ਨੂੰ ਗੁਰੂ ਗੁਰੂ ਕਰਕੇ ਚੇਤੇ ਕਰਦਾ ਹੈ ਨਾ, ਸਤਿਗੁਰੂ ਉਹਦੇ ਕੋਲ ਰਹਿੰਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਸੀਂ ਇਹ ਵਿਚਾਰ ਸਰਵਣ ਕਰ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਿੰਨੇ ਪਿਆਰ ਕਰਨ ਵਾਲੇ ਨੇ। ਜਿੱਥੇ ਵੇਖ ਲਈਏ, ਜਿੱਧਰ ਵੀ ਵੇਖ ਲਈਏ ਨਾ ਸੰਸਾਰ ਦੇ ਉੱਤੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿੱਥੇ ਜਾਂਦੇ ਰਹੇ, ਹਜ਼ੂਰ ਨੇ ਪਿਆਰ ਦੇ ਨਾਲ, ਕਿਉਂਕਿ ਸਤਿਗੁਰੂ ਪਿਆਰ ਦੇ ਨਾਲ, ਵਿਚਾਰਧਾਰਾ ਦੇ ਨਾਲ ਸਾਰਿਆਂ ਨੂੰ ਜਿਹੜਾ ਹੈ ਉਹ ਸੁਧਾਰਨਾ ਕੀਤਾ, ਸਿੱਧੇ ਰਾਹ ਤੇ ਪਾਉਣਾ ਕੀਤਾ। ਕਿਉਂਕਿ ਸਤਿਗੁਰੂ ਹੀ ਹੈ ਜਿਹੜਾ ਸਾਡੇ ਜੀਵਨ ਨੂੰ ਬਦਲ ਸਕਦਾ ਹੈ। ਬਹੁਤਾਤ ਦੇ ਅੰਦਰ ਜਦੋਂ ਅਸੀਂ ਆਪਣੀ ਮਤ ਦੇ ਮਗਰ ਲੱਗਦੇ ਆ ਨਾ, ਜਿਹੜੀ ਮਨਮਤ ਹੈ, ਜਦੋਂ ਗੁਰੂ ਦੇ ਸਿਧਾਂਤ ਦੇ ਨਾਲ ਚੱਲਦੇ ਹਾਂ, ਉਦੋਂ ਸਾਡਾ ਜਿਹੜਾ ਪਾਰ ਉਤਾਰਾ ਹੋ ਜਾਂਦਾ। ਤੇ ਗੁਰੂ ਜਿਹੜਾ ਹੈ ਉਹ ਸਾਡੀ ਬਾਂਹ ਵੀ ਫੜਦਾ ਹੈ ਜੀ। ਕਬਿਤ ਦਿਗ ਬਿਜ ਹੇਤ ਸਾਜ ਬੇਦੀ ਕੋ ਲਕੇਤ ਦਲ। ਹੁਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਬਿਤ ਦੇ ਅੰਦਰ ਅਸੀਂ ਸਰਵਣ ਕਰ ਰਹੇ ਹਾਂ ਕਿ ਸਤਿਗੁਰੂ ਬੇਦੀ ਕੁਲ ਖੇਤ ਨੇ, ਕਿ ਬੇਦੀ ਕੁਲ ਦੇ ਵਿੱਚ ਅਸੀਂ ਬਾਣੀ ਦੇ ਅੰਦਰ ਵੀ ਪੜ੍ਹਦੇ ਹਾਂ, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪ੍ਰਗਟ ਹੋਏ ਨੇ, ਔਰ ਸਾਧ ਸੰਗਤ ਜੀ ਸਤਿਗੁਰਾਂ ਦੀ ਕੁਲ ਜਿਹੜੀ ਬੇਦੀ ਕੁਲ ਹੈ, ਔਰ ਸਤਿਗੁਰੂ ਬੜਿਆਂ ਦਾ ਉਧਾਰ ਕਰਨ ਵਾਲੇ ਨੇ। ਔਰ ਸਾਧ ਸੰਗਤ ਇੱਥੇ ਸਮਝਣਾ ਪਵੇਗਾ ਕਿ ਜਿਹੜਾ ਗੁਰੂ ਸਮਰੱਥ ਗੁਰੂ ਸਾਡੇ ਜੀਵਨ ਨੂੰ ਬਦਲ ਸਕਦਾ ਹੈ, ਕਿ ਉਹ ਹੋਰ ਸੰਸਾਰ ਦੇ ਉੱਤੇ ਵਿਚਰਨ ਵਾਲਿਆਂ ਨੂੰ, ਕਿਉਂਕਿ ਅੱਜ ਵੀ ਬਹੁਤਾਤ ਦੇ ਅੰਦਰ ਜਦੋਂ ਅਸੀਂ ਇਤਿਹਾਸ ਦੀ ਵਿਚਾਰ ਵੀ ਕਰਦੇ ਹਾਂ, ਬਾਣੀ ਨੂੰ ਵੀ ਨਾਲ ਨਾਲ ਸਰਵਣ ਕਰਦੇ ਹਾਂ, ਬਾਣੀ ਦੀ ਵਿਚਾਰ ਕਰਦੇ ਹਾਂ, ਤੇ ਉਹਦੇ ਅੰਦਰ ਇੱਕੋ ਹੀ ਗੱਲ ਸਾਨੂੰ ਸਮਝਣ ਨੂੰ ਮਿਲਦੀ ਹੈ ਕਿ ਇਹ ਗੁਰੂ ਕਿਆ ਸਿੱਖਾ, ਤੂੰ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਸ਼ੁਰੂ ਕਰ ਦੇ, ਤੇਰਾ ਜੀਵਨ ਬਦਲ ਜਾਏਗਾ। ਮੈਂ ਇੱਥੇ ਆਪ ਜੀ ਦੇ ਨਾਲ ਵਿਚਾਰ ਰੱਖਾਂ, ਜਿਹੜੇ ਗੁਰੂ ਦੇ ਸਿਧਾਂਤ ਦੇ ਨਾਲ ਜੁੜੇ, ਜਿਨ੍ਹਾਂ ਸੀਸ ਭੇਟਾ ਕੀਤੇ ਨਾ, ਅੱਜ ਅਸੀਂ ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਯਾਦ ਕਰਦੇ ਹਾਂ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਇਹ 5 ਗੁਣ ਨੇ ਜਿਹੜੇ ਗੁਰੂ ਦੇ ਹੁਕਮ ਨੂੰ ਮੰਨਦੇ ਨੇ, ਤੇ ਜਿਹੜੀ ਆਪਣੀ ਮੱਤ ਦੇ ਮਗਰ ਲੱਗਦੇ ਨੇ ਨਾ, ਉਹਨਾਂ ਦਾ ਸੰਸਾਰ ਦੇ ਉੱਤੇ ਪਾਰ ਉਤਾਰਾ ਨਹੀਂ ਹੁੰਦਾ। ਕਿਉਂਕਿ ਜਿਹੜੇ ਗੁਰੂ ਦੇ ਨਾਲੋਂ ਟੁੱਟ ਗਏ, ਜਿਹੜੇ ਗੁਰੂ ਦੇ ਸਿਧਾਂਤ ਤੇ ਚੱਲਣ ਤੋਂ ਹਟ ਜਾਂਦੇ ਨੇ, ਗੁਰੂ ਨੂੰ ਗੁਰੂ ਨਹੀਂ ਸਮਝਦੇ, ਸਵਾਲ ਜ਼ਿਆਦਾ ਕਰਦੇ ਨੇ, ਬਾਣੀ ਘੱਟ ਪੜ੍ਹਦੇ ਨੇ, ਸਿਮਰਨ ਘੱਟ ਕਰਦੇ ਨੇ, ਤੇ ਗੱਲਾਂ ਜਿਹੜੀਆਂ ਸਾਡੀਆਂ ਵੱਧ ਹੁੰਦੀਆਂ, ਸ਼ੰਕੇ ਜਿਹੜੇ ਆ ਉਹ ਅਸੀਂ ਸਤਿਗੁਰਾਂ ਦੀ ਬਾਣੀ ਤੇ ਵੀ ਕਰਦੇ ਆ। ਬਹੁਤਾਤ ਦੇ ਅੰਦਰ ਸਾਡੇ ਮਨਾਂ ਦੇ ਫੁਰਨੇ ਆ। ਪਰ ਜਿਹੜੇ ਗੁਰੂ ਦੇ ਨਾਲ ਜੁੜੇ, ਜਿਹੜੇ ਗੁਰੂ ਦੇ ਸਿਧਾਂਤ ਦੇ ਨਾਲ ਜੁੜੇ ਨੇ ਨਾ, ਹੁਣ ਅਸੀਂ ਸਰਵਣ ਕਰ ਰਹੇ ਹਾਂ ਕਿ ਸਤਿਗੁਰੂ ਕਿਵੇਂ ਜੀਵਨ ਬਦਲਦੇ ਨੇ। ਕਬਿਤ ਦੇ ਅੰਦਰ ਅਸੀਂ ਸਮਝਣਾ ਕਰ ਰਹੇ ਹਾਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੁਨੀਆ ਦਾ, ਕਿਉਂਕਿ ਜਦੋਂ ਇਤਿਹਾਸ ਦੀ ਵਿਚਾਰ ਪੜ੍ਹਦੇ ਹਾਂ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਗੇ ਅਸੀਂ ਜਾ ਕੇ ਸਰਵਣ ਕਰਾਂਗੇ ਕਿ ਸਤਿਗੁਰੂ ਜਗਨਨਾਥਪੁਰੀ ਜਾਂਦੇ ਹਨ, ਤੇ ਸਾਧ ਸੰਗਤ ਉੱਥੇ ਜਾ ਕੇ ਪਤਾ ਕੀ ਕਹਿੰਦੇ ਨੇ, ਦੁਨੀਆ ਦੇ ਲੋਕ ਜਗਨਨਾਥ ਦੀ ਮੂਰਤੀ ਬਣਾ ਕੇ, ਝੂਠੀ ਮੂਰਤੀ ਬਣਾ ਕੇ ਪੱਥਰ ਦੀ ਉਹਦੀ ਪੂਜਾ ਕਰ ਰਹੇ ਨੇ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਗਨਨਾਥਪੁਰੀ ਗਏ, ਹਜ਼ੂਰ ਨੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ ਰਬਾਬ ਛੇੜ।
ਸਤਿਗੁਰਾਂ ਉੱਥੇ ਸ਼ਬਦ ਉਚਾਰਨ ਕੀਤਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ ਰਹਾਓ, ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ, ਸਹਿਸ ਮੂਰਤ ਨੰਨਾ ਏਕ ਤੋਈ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗਾਂਧੀ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਸਤਿਗੁਰੂ ਜੀ ਨੇ ਉੱਥੇ ਦੁਨੀਆ ਦੇ ਲੋਕਾਂ ਨੂੰ ਸਮਝਾਇਆ ਕਿ ਜਿਹਦੀ ਤੁਸੀਂ ਆਰਤੀ ਪਏ ਕਰਦੇ ਜੇ ਨਾ, ਇਹ ਤੇ ਕੁਝ ਵੀ ਕਰਨ ਜੋਗਾ ਨਹੀਂ, ਇਹ ਤੇ ਪੱਥਰ ਦੀ ਮੂਰਤੀ ਹੈ। ਕਿਉਂਕਿ ਅਸੀਂ ਸਤਿਗੁਰੂ ਦੇ ਸਿਧਾਂਤ ਦੇ ਲੜ ਲੱਗਣਾ ਹੈ। ਜਦੋਂ ਸਿਧਾਂਤ ਦੇ ਨਾਲ ਜੁੜਾਂਗੇ, ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਾਂਗੇ, ਸਤਿਗੁਰੂ ਨੇ ਅਨੇਕਾਂ ਦੇ ਜੀਵਨ ਬਦਲੇ। ਉੱਥੇ ਵੀ ਦੁਨੀਆ ਦੇ ਲੋਕਾਂ ਨੂੰ ਸਮਝਾਉਣਾ ਕੀਤਾ ਕਿ ਤੁਹਾਡਾ ਜਿਹੜਾ ਜੀਵਨ ਹੈ ਨਾ, ਉਹ ਬਚ ਜਾਏਗਾ ਜੇ ਤੁਸੀਂ ਗੁਰੂ ਦੇ, ਅਕਾਲ ਪੁਰਖ ਵਾਹਿਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੋਗੇ ਜੀ। ਕਬਿਤ ਸਤਨਾਮ ਸਿਮਰਨ ਪਹਿਰ ਸਨਾਹ ਤਨ। ਹੁਣ ਸਤਿਗੁਰੂ ਕਬਿਤ ਦੇ ਅੰਦਰ ਸਾਨੂੰ ਸਮਝਾਉਣਾ ਕਰਦੇ ਨੇ ਕਿ ਜਿਹੜਾ ਸਤਨਾਮ ਦਾ ਸਿਮਰਨ ਹੈ ਨਾ, ਕਿਉਂਕਿ ਬਹੁਤਾਤ ਦੇ ਅੰਦਰ ਅਸੀਂ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਜ ਵੀ ਅਸੀਂ ਪੜ੍ਹਦੇ ਹਾਂ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਜੇ ਅਸੀਂ ਆਪਣੀ ਹਉਮੈ ਨੂੰ ਤਿਆਗਣਾ ਹੈ ਤੇ ਸਤਿਗੁਰਾਂ ਦੀ ਬਾਣੀ ਦੇ ਅੰਦਰ ਸਾਨੂੰ ਸਿੱਧੇ ਸ਼ਬਦਾਂ ਦੇ ਅੰਦਰ ਪਾਤਸ਼ਾਹ ਪਾਵਨ ਬਾਣੀ ਦੇ ਅੰਦਰ ਸਮਝਾਉਂਦੇ ਨੇ ਕਿ ਉਸ ਵਾਹਿਗੁਰੂ ਦੇ ਸਿਮਰਨ ਨੂੰ ਚੇਤੇ ਕਰਿਆ ਕਰ। ਸਤਨਾਮ ਸਿਮਰਨ ਪੈਰ ਸਨਾਹ ਤਨ। ਕਿਉਂਕਿ ਸਤਨਾਮ ਦਾ ਸਿਮਰਨ ਜਿਹੜਾ ਇਹਨੇ ਪਾਰ ਉਤਾਰਾ ਕਰਨਾ ਹੈ। ਮੈਂ ਪਹਿਲਾਂ ਵੀ ਵਿਚਾਰ ਆਪ ਜੀ ਦੇ ਨਾਲ ਸਾਂਝੇ ਕੀਤੇ ਸਨ ਕਿ ਸਤਿਗੁਰੂ ਦੀ ਬਾਣੀ ਹੈ ਜਿਹਦੇ ਰਾਹੀਂ ਸਾਡਾ ਜੀਵਨ ਬਦਲਣਾ ਹੈ। ਸਤਿਗੁਰੂ ਦੀ ਸਵੱਲੀ ਨਜ਼ਰ ਹੈ ਜਦੋਂ ਸਾਡੇ ਜੀਵਨ ਤੇ ਪੈ ਜਾਂਦੀ ਹੈ ਤੇ ਜੀਵਨ ਜਿਹੜਾ ਉਹ ਬਦਲ ਜਾਂਦਾ ਹੈ। ਜਿਹੜੀ ਸੰਗਤ ਵਿੱਚ ਅਸੀਂ ਸੱਜ ਕੇ ਬੈਠੇ ਹਾਂ ਨਾ, ਸ਼ਹੀਦਾਂ ਦੇ ਸਰਤਾਜ ਬਾਣੀ ਦੇ ਪੁੰਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬੜਾ ਸੋਹਣਾ ਸਮਝਾਉਂਦੇ ਨੇ। ਸਤਿਗੁਰੂ ਕਹਿੰਦੇ ਨੇ, ਗੁਰੂ ਕਿਆ ਸਿੱਖਾ ਜੇ ਭਾਵਨਾ ਰੱਖ ਕੇ ਗੁਰੂ ਦਰਬਾਰ ਵਿੱਚ ਆਇਆ ਕਰੇਗਾ ਨਾ ਤੇ ਹੋਏਗਾ ਕੀ, ਸਤਿਗੁਰੂ ਤੇਰਾ ਜੀਵਨ ਬਦਲ ਦੇਣਗੇ। ਭਗਤ ਕਬੀਰ ਸਾਹਿਬ ਜੀ ਦੇ ਅਸੀਂ ਬੋਲ ਪੜ੍ਹਦੇ ਹਾਂ, ਸਿਮਰਨ ਕੀ ਹੈ? ਗੁਰੂ ਕੇ ਇਤਿਹਾਸ ਨੂੰ ਸੁਣਨਾ, ਸਤਿਗੁਰਾਂ ਦੀ ਬਾਣੀ ਤੇ ਪਹਿਰਾ ਦੇਣਾ ਤੇ ਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ। ਹੁਣ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਨੂੰ ਸਮਝਾਇਆ। ਸਤਿਗੁਰੂ ਕਹਿਣ ਲੱਗੇ, ਸਿੱਖਾ ਜੇ ਭਾਵਨਾ ਰੱਖ ਕੇ ਗੁਰੂ ਦੇ ਚਰਨਾਂ ਵਿੱਚ ਆਵੇਂਗਾ ਨਾ ਤੇ ਸਤਿਗੁਰੂ ਤੇਰਾ ਹੰਕਾਰ ਵੀ ਨਿਵਾਰ ਦੇਣਗੇ, ਤੇਰਾ ਜੀਵਨ ਵੀ ਜਿਹੜਾ ਬਦਲ ਦੇਣਗੇ, ਤੇਰਾ ਜਨਮ ਮਰਨ ਵੀ ਕੱਟ ਦੇਣਗੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ। ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਅੰਦਰ ਅਸੀਂ ਪੜ੍ਹਦੇ ਹਾਂ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੇ। ਇੱਥੇ ਵੀ ਵਿਚਾਰ ਚੱਲ ਰਹੀ ਹੈ, ਜਿਹੜੇ ਸਤਨਾਮ ਦਾ ਸਿਮਰਨ ਕਰਦੇ ਨੇ ਤੇ ਜਿਹੜੇ ਸਤਨਾਮ ਦੇ ਸਿਮਰਨ ਦੇ ਨਾਲ ਜੁੜਦੇ ਨੇ, ਉਹਨਾਂ ਦਾ ਜੀਵਨ ਜਿਹੜਾ ਹੈ ਇੰਨਾ ਜੁੜ ਜਾਂਦਾ ਹੈ। ਅੱਜ ਵੀ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ, ਮੈਂ ਬੇਨਤੀ ਕਰ ਰਿਹਾ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਮਝਾ ਰਹੇ ਨੇ, ਗੁਰੂ ਕਿਆ ਸਿੱਖਾ ਜੇ ਤੂੰ ਭਾਵਨਾ ਰੱਖ ਕੇ ਗੁਰੂ ਕੋਲ ਆਏਗਾ, ਸਿਮਰਨ ਕਰਨਾ ਸ਼ੁਰੂ ਕਰ ਦੇਗਾ। ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਜੇ ਤੂੰ ਇਹ ਵੀ ਨਹੀਂ, ਸਿਮਰਨ ਵੀ ਨਹੀਂ ਨਾ ਕਰ ਸਕਦਾ ਤੇ ਫਿਰ ਪਰ ਕਰਿਆ ਪਤਾ ਕੀ ਕਰ, ਕੁਝ ਨਹੀਂ ਕਰ ਸਕਦਾ ਤੇ ਭਾਵਨਾ ਰੱਖ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਮ ਲੈਣ ਲੱਗ ਪਾ, ਹੋਏਗਾ ਕਿ ਤੇਰਾ ਜੀਵਨ ਬਦਲ ਜਾਏਗਾ। ਗੁਰੂ ਰਾਮਦਾਸ ਕਹਿੰਦਿਆਂ ਹੀ ਸਾਡਾ ਸਿਰ ਝੁਕ ਜਾਂਦਾ ਹੈ, ਸਾਡੇ ਅੰਦਰ ਭਾਵਨਾ ਜਾਗ ਜਾਂਦੀ। ਸਾਧ ਸੰਗਤ ਜਿਹੜੇ ਗੁਰੂ ਦੇ ਸਿਮਰਨ ਦੇ ਨਾਲ ਜੁੜਦੇ ਨੇ, ਬਹੁਤਾਤ ਦੇ ਅੰਦਰ ਮੈਂ ਇੱਕ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਾਂ ਕਿ ਜਿਹੜੇ ਸਤਨਾਮ ਦੇ ਸਿਮਰਨ ਦੇ ਨਾਲ ਜੁੜੇ ਨੇ, ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਨਾ, ਸਾਧ ਸੰਗਤ ਜਿਹੜੇ ਰਕਸ਼ੇ ਵਾਲੇ ਵੀਰ ਨੇ, ਜਿਹੜੇ ਸਵਾਰੀਆਂ ਢੋਣ ਵਾਲੇ ਨੇ, ਉਹਨਾਂ ਨੂੰ ਪਰਖ ਕੇ ਵੇਖਿਓ, ਜਦੋਂ ਉਹ ਪੈਂਡਲ ਮਾਰਦੇ ਨੇ ਤੇ ਗੁਰੂ ਨੂੰ ਚੇਤੇ ਕਰਦੇ ਨੇ। ਪਤਾ ਕੀ ਬੋਲ ਕਹਿੰਦੇ ਨੇ? ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ।
ਕਿਉਂ ਕਹਿੰਦੇ ਨੇ? ਕਿਉਂਕਿ ਉਹਨਾਂ ਦਾ ਜੀਵਨ ਬਦਲਦਾ, ਉਹਨਾਂ ਨੂੰ ਭਰੋਸਾ ਹੈ ਅਸੀਂ ਆਪਣੀ ਕਿਰਤ ਕਰਨ ਵਾਲੇ ਹਾਂ ਅਤੇ ਸਤਿਗੁਰੂ ਉਹਨਾਂ ਨੂੰ ਵੀ ਰੋਜੀ ਰੋਟੀ ਦੇ ਰਿਹਾ। ਅੱਜ ਵੀ ਬਹੁਤਾਤ ਸੰਗਤਾਂ ਜਿਹੜੀਆਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚੋਂ ਪ੍ਰਸ਼ਾਦਾ ਛਕਦੀਆਂ ਨੇ, ਅਤੇ ਸਾਧ ਸੰਗਤ ਪ੍ਰਸ਼ਾਦਾ ਛਕ ਕੇ ਬੋਲ ਕਹਿੰਦੇ ਆ, ਪਹਿਲੇ ਵਾਲੀ ਵਿਚਾਰ ਆ ਗਈ, ਆਨੰਦ ਆ ਗਿਆ। ਵੱਡੇ ਵੱਡੇ ਹੋਟਲਾਂ ਵਿੱਚ ਰੋਟੀਆਂ ਖਾਣ, ਪ੍ਰਸ਼ਾਦਾ ਛਕਣ ਜਾਣ ਤੋਂ ਬਾਅਦ ਵੀ ਲੋਕ ਕਹਿੰਦੇ ਨੇ ਅਸੀਂ ਗੁਰੂ ਕੇ ਲੰਗਰ ਵਿੱਚ ਜਾਣਾ ਹੈ, ਕਿਉਂਕਿ ਤ੍ਰਿਪਤੀ ਜਿਹੜੀ ਹੈ ਉਹ ਸਤਿਗੁਰੂ ਦੇ ਪ੍ਰਸ਼ਾਦੇ ਦੇ ਨਾਲ ਹੋਣੀ ਹੈ। ਜਿੱਥੇ ਅਸੀਂ ਭੋਜਨ ਛਕਣਾ ਹੈ ਨਾ, ਸਰੀਰਕ ਤੌਰ 'ਤੇ ਨਿਰੋਗ ਰਹਿਣ ਵਾਸਤੇ, ਸਰੀਰ ਨੂੰ ਚਲਾਉਣ ਵਾਸਤੇ, ਉੱਥੇ ਸਤਿਨਾਮ ਦਾ ਮੰਤਰ ਜਿਹੜਾ ਹੈ ਨਾ, ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਕੋਈ, ਇਹਦਾ ਸਿਮਰਨ ਵੀ ਕਰਨਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ ਜਿਹੜੇ ਸਿਮਰਦੇ ਨੇ, ਮੈਂ ਬੇਨਤੀ ਕਰ ਰਿਹਾ ਜਿਹੜੇ ਸਿਮਰਦੇ ਨੇ, ਹਜ਼ੂਰ ਆਰੰਭ ਵਿੱਚ ਹੀ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਜੇ ਕਲੇਸ਼ ਮਿਟਾਉਣਾ ਚਾਹੁੰਦੇ ਆ, ਦੁੱਖ ਮਿਟਾਉਣਾ ਚਾਹੁੰਦੇ ਆ, ਤੇ ਕਰੀਏ ਕੀ? ਸਿਮਰਨ ਕਰਿਆ ਕਰੀਏ ਜੀ। ਓਟਕ ਤਰਕ ਤਰਵਾਰ ਨਾ ਕਟਤ ਹੈ। ਹੁਣ ਹੋਏਗਾ ਕਿ ਜਿਹੜੇ ਕਈ ਤਲਵਾਰਾਂ ਚੁੱਕੀ ਫਿਰਦੇ ਨੇ, ਲਹਿਰਾਉਂਦੇ ਫਿਰਦੇ ਨੇ, ਪਰ ਹੋਏਗਾ ਕਿ ਜੀਵਨ ਜਿਹੜਾ ਏ ਸਤਿਗੁਰੂ ਦੇ ਸਿਧਾਂਤ ਦੇ ਨਾਲ ਹੀ ਬਦਲਣਾ। ਇਹ ਨਹੀਂ ਵੀ ਗੁਰੂ ਕੇ ਸਿੱਖ ਨੇ ਸ਼ਸਤਰਧਾਰੀ ਨਹੀਂ ਹੋਣਾ, ਮੋਹ ਦੀਆਂ ਤਲਵਾਰਾਂ ਚੁੱਕੀ ਫਿਰਦੇ ਆ ਕਿ ਸਾਡੇ ਮਗਰੋਂ ਕੀ ਹੋਏਗਾ ਬੱਚਿਆਂ ਦਾ, ਅਸੀਂ ਕੀ ਕਰਾਂਗੇ। ਹੁਣ ਇਹ ਕੀ ਹੈ? ਮੋਹ ਦੀਆਂ ਤੰਦਾਂ ਨੇ। ਇੱਥੇ ਵੀ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਿ ਜੇ ਗੁਰੂ ਦੇ ਸਿਧਾਂਤ ਦੇ ਨਾਲ ਜੁੜਿਆ ਹੋਵੇਗਾ, ਗੁਰੂ ਦੇ ਲੜ ਲੱਗਾ ਹੋਵੇਗਾ, ਅਤੇ ਜਿਹੜੀਆਂ ਮੋਹ ਦੀਆਂ ਤੰਦਾਂ ਤੂੰ ਚੁੱਕੀ ਫਿਰਦਾ ਹੈ ਨਾ, ਉਹ ਜੀਵਨ ਨਹੀਂ ਤੇਰਾ ਬਦਲ ਲੱਗੀਆਂ। ਜੀਵਨ ਬਦਲਣਾ ਹੈ ਸਤਿਨਾਮ ਵਾਹਿਗੁਰੂ ਦੇ ਮੰਤਰ ਨੇ। ਸੋ ਸਤਿਗੁਰੂ ਸਾਨੂੰ ਸਮਝਾਉਣਾ ਕਰ ਰਹੇ ਹਨ ਜੀ। ਨੀਵੋ ਮਨ ਰਾਖਨੋ ਅਗਾਰੀ ਹੈ ਸਿਪਰ ਦਿੜ। ਹੁਣ ਕਈ ਜਿਹੜੇ ਨੇ, ਨੀਵੋਂ ਦਾ ਅਰਥ ਹੈ ਕਿ ਸਤਿਗੁਰੂ ਸਮਝਾਉਣਾ ਕਰ ਰਹੇ ਨੇ ਕਿ ਸਤਿਗੁਰੂ ਦੇ ਸਿਧਾਂਤ ਦੇ ਨਾਲ ਜੁੜਨਾ। ਮੈਂ ਬੇਨਤੀ ਕਰਾਂ, ਨੀਵੋਂ ਦਾ ਅਰਥ ਹੈ ਕਰੋੜਾਂ ਦਲੀਲਾਂ। ਕਈ ਕਰੋੜਾਂ ਦਲੀਲਾਂ ਚੁੱਕੀ ਫਿਰਦੇ ਨੇ ਵੀ ਨਹੀਂ ਜੀ ਸਾਡੇ ਜੀਵਨ ਦੇ ਵਿੱਚ ਬੜਾ ਆਨੰਦ ਹੈ। ਕਹਿ ਦਿੰਦੇ ਆ ਨਾ ਅਸੀਂ, ਬਹੁਤ ਜਣੇ, ਬਹੁਤ ਸੰਗਤ ਕਹਿੰਦੀ ਹੈ। ਕਈ ਜਿਹੜੇ ਨੇਮੀ ਪ੍ਰੇਮੀ ਨੇ ਉਹ ਦਲੀਲਾਂ ਨਹੀਂ ਦਿੰਦੇ। ਅੱਜ ਵੀ ਜਦੋਂ ਅਸੀਂ ਵੇਖਦੇ ਹਾਂ, ਸੰਸਾਰ ਵਿੱਚ ਵਿਚਰਦੇ ਹਾਂ, ਇਹ ਸਮਰੱਥ ਗੁਰੂ ਦੀ ਦਾਤ ਹੈ ਕਿ ਜਿਹੜੇ ਜੀਵਨ ਦੇ ਵਿੱਚ ਤਲਵਾਰਾਂ ਚੁੱਕੀ ਫਿਰਦੇ ਨੇ, ਮਾਰ ਤਾਰ ਕਰਦੇ ਫਿਰਦੇ ਨੇ, ਉਹਨਾਂ ਦਾ ਵੀ ਜੀਵਨ ਸਤਿਗੁਰੂ ਬਦਲਦੇ ਨੇ। ਇੱਕ ਸਾਧੂ ਦੀ ਘਟਨਾ ਆਉਂਦੀ ਹੈ ਕਿ ਸਾਧ ਸੰਗਤ, ਸਾਧੂ ਨੇ 3 ਗੱਲਾਂ ਕਹੀਆਂ, ਘਟੇ ਘਟੇ, ਵਧੇ ਘਟੇ, ਨਾ ਘਟੇ ਨਾ ਵਧੇ। ਹੁਣ ਇੱਕ ਜਵਾਨ, ਨੌਜਵਾਨ ਬੱਚਾ ਸੀ, ਸਿਮਰਨ ਦੀ ਗੱਲ ਕਰ ਰਹੇ ਹਾਂ, ਜਿਹੜੇ ਭਗਤੀ ਦੇ ਨਾਲ ਜੁੜੇ ਹੁੰਦੇ ਨੇ, ਜਿਹੜੇ ਬੰਦਗੀ ਦੇ ਲੜ ਲੱਗੇ ਹੁੰਦੇ ਨੇ। ਉਹ ਸਾਧੂ ਨੇ 3 ਗੱਲਾਂ ਬੱਚੇ ਨੂੰ ਕਹੀਆਂ। ਕਹਿਣ ਲੱਗਾ, 3 ਗੱਲਾਂ ਜਿਹੜੀਆਂ ਮੈਨੂੰ ਲਿਆ ਦੇ ਕਦੋਂ। ਸ਼ਹਿਰ ਆਇਆ ਹੈ, ਬਚਪਨਾ ਸੀ, ਉਹਨੂੰ ਪਤਾ ਨਹੀਂ। ਸਾਧ ਸੰਗਤ ਪੰਸਾਰੀ ਦੀ ਦੁਕਾਨ 'ਤੇ ਪਹੁੰਚਿਆ, ਉਹਨੇ ਪਰਚੀ ਸਾਹਮਣੇ ਕੀਤੀ। ਕਹਿਣ ਲੱਗਾ ਵੀ ਮੈਨੂੰ ਆਹ 3 ਚੀਜ਼ਾਂ ਦੇ ਦਿਓ। ਹੁਣ ਉਹ 3 ਚੀਜ਼ਾਂ ਗੁਰਬਾਣੀ ਦੇ ਵਿੱਚੋਂ ਹੀ ਨੇ। ਸਾਧ ਸੰਗਤ ਇੱਥੋਂ ਨਾ ਮਿਲੀਆਂ। ਹੁਣ ਥੱਕ ਹਾਰ ਕੇ ਉਹਨੇ ਕਰਨਾ ਕੀ ਕੀਤਾ ਕਿ ਵਾਪਸ ਤੁਰ ਗਿਆ, ਅਤੇ ਤੁਰਿਆ ਅਤੇ ਰਾਹ ਦੇ ਵਿੱਚ ਸਾਧੂ ਜਿਹੜਾ ਹੈ ਨਾ, ਇੱਕ ਹੋਰ ਸਾਧੂ ਮਿਲਿਆ, ਰੁੱਖ ਥੱਲੇ ਬੈਠਾ ਆਰਾਮ ਕਰ ਰਿਹਾ ਸੀ, ਸਿਮਰਨ ਕਰ ਰਿਹਾ ਸੀ, ਬੰਦਗੀ ਕਰ ਰਿਹਾ ਸੀ। ਥੱਕ ਹਾਰ ਕੇ ਉਹਦੇ ਕੋਲ ਬੈਠ ਗਿਆ, ਲੰਮੇ ਪੈ ਗਿਆ। ਅਖੀਰ ਇਹਨੇ ਮਨ ਦੇ ਅੰਦਰ ਫੁਰਨਾ ਬਣਾਇਆ, ਕਿਉਂ ਨਾ ਹੋਵੇ ਇਹ ਸਾਧੂ ਦੇ ਕੋਲੋਂ ਪੁੱਛਿਆ ਜਾਵੇ ਵੀ ਇਹ ਪਰਚੀ ਦੇ ਉੱਤੇ 3 ਗੱਲਾਂ ਲਿਖੀਆਂ, ਇਹਨਾਂ ਬਾਰੇ ਤੈਨੂੰ ਪਤਾ ਹੈ? ਸਾਧੂ ਨੂੰ ਪਰਚੀ ਵਿਖਾਈ, ਜਿਹੜਾ ਬੰਦਗੀ ਕਰਨ ਵਾਲਾ ਸੀ। ਜਿਹੜਾ ਪਿੰਡ ਵਿੱਚ ਰਹਿੰਦਾ ਉਹ ਵੀ ਬੰਦਗੀ ਕਰਦਾ ਹੈ, ਜਿਹੜਾ ਹੁਣ ਬਲਿਆ ਹੈ ਉਹ ਵੀ ਬੰਦਗੀ ਕਰਨ ਵਾਲਾ ਹੈ। ਪਰਚੀ ਪੜ੍ਹਾਈ, ਉਹਨੇ ਕਿਹਾ ਲਿਖ ਕੇ ਤੈਨੂੰ ਕਿਹਨੇ ਦਿੱਤੀਆਂ? ਕਹਿਣ ਲੱਗਾ ਇਹ ਤਾਂ ਕਿਸੇ ਸਾਧੂ ਨੇ ਲਿਖਿਆ ਹੈ, ਗੁਰਬਾਣੀ ਦੇ ਬੋਲ ਨਹੀਂ। ਸਾਨੂੰ ਸਮਝਾਉਣ ਵਾਸਤੇ ਮੈਂ ਉਦਾਹਰਨ ਸਾਂਝੀ ਕਰ ਰਿਹਾ ਵੀ ਅਸੀਂ ਸਮਝ ਜਾਈਏ ਅਸੀਂ ਖੜੇ ਕਿੱਥੇ ਹਾਂ।
ਘਟੇ ਘਟੇ ਤੋਂ ਭਾਵ ਹੁਣ ਸਾਧੂ ਕੋਲ ਗਿਆ, ਉਹ ਸਾਧੂ ਨੇ ਸਮਝਾਉਣਾ ਕੀਤਾ ਵੀ ਤੇਰੀ ਜਿਹੜੀ ਉਮਰ ਹੈ ਨਾ, ਸਤਿਗੁਰੂ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਘਟੇ ਘਟੇ ਤੋਂ ਭਾਵ ਹੈ ਔਦ ਘਟੈ ਦਿਨਸ ਰਹਿ ਨਾਰੀ, ਮਨ ਗੁਰਮਿਲ ਕਾਜ ਸਵਾਰੀ। ਕਿ ਔਦ ਦਾ ਅਰਥ ਹੈ ਉਮਰ। ਜਦੋਂ ਅਸੀਂ ਸਿਮਰਨ ਨਹੀਂ ਕਰਾਂਗੇ, ਬੰਦਗੀ ਨਹੀਂ ਕਰਾਂਗੇ, ਗੁਰੂ ਦੇ ਲੜ ਨਹੀਂ ਲੱਗਾਂਗੇ, ਗੁਰੂ ਦੇ ਸਿਧਾਂਤ 'ਤੇ ਨਹੀਂ ਕਰਾਂਗੇ, ਤੇ ਉਮਰ ਜਿਹੜੀ ਘਟਦੀ ਜਾ ਰਹੀ। ਸਤਿਗੁਰਾਂ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਸਤਿਗੁਰੂ ਕਹਿਣ ਲੱਗੇ ਕਿ ਇੱਕ ਮਾਂ ਸੋਚਦੀ ਹੈ ਕਿ ਮੇਰੇ ਬੱਚੇ ਦੀ ਜਿਹੜੀ ਉਮਰ ਹੈ ਉਹ ਵੱਧਦੀ ਜਾ ਰਹੀ ਹੈ, ਪਰ ਨਹੀਂ, ਉਮਰ ਤੇ ਘਟਦੀ ਜਾ ਰਹੀ। ਔਦ ਘਟੈ ਦਿਨ ਸਰੈ ਨਾਰੇ। ਔਦ ਦਾ ਅਰਥ ਉਮਰ, ਉਮਰ ਘਟਦੀ ਜਾ ਰਹੀ। ਅੱਜ ਵੀ ਅਸੀਂ ਸੋਚਦੇ ਨੇ, ਕਈ ਵਾਰ ਕਹਿੰਦੇ ਹਾਂ ਵੀ ਸਾਡੀ ਉਮਰ ਜਿਹੜੀ ਬੜੀ ਪਈ ਹੈ, ਪਰ ਇਹ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵੱਸ ਹੈ। ਮੈਂ ਬੇਨਤੀ ਕਰਾਂ, ਸੰਖੇਪ ਕਰਾਂ, ਕਿਉਂਕਿ ਸਮਾਂ ਹੋ ਰਿਹਾ। ਹੁਣ ਸਤਿਗੁਰੂ ਦੀ ਬਾਣੀ ਵਿੱਚੋਂ ਅਸੀਂ ਸਮਝਿਆ ਘਟੇ ਘਟੇ ਤੋਂ ਭਾਵ ਉਮਰ ਘਟਦੀ ਜਾ ਰਹੀ ਹੈ। ਮਾਂ ਸਮਝਦੀ ਹੈ ਪੁੱਤ ਜਿਹੜਾ ਵੱਡਾ ਹੁੰਦਾ ਜਾ ਰਿਹਾ ਹੈ, ਪਰ ਵੱਡਾ ਨਹੀਂ, ਉਹਦੀ ਉਮਰ ਘਟਦੀ ਪਈ ਹੈ। ਸਾਡੇ ਵੀ ਸਵਾਸ ਜਿਹੜੇ ਘਟਦੇ ਪਏ ਨੇ, ਪਰ ਜਿੰਨੇ ਉਸ ਪਰਮਾਤਮਾ ਨੇ ਦਿੱਤੇ ਨੇ ਉਨੇ ਹੀ ਭੋਗੇ ਜਾਣੇ ਨੇ। ਵਧੇ ਵਧੇ ਤੋਂ ਭਾਵ ਜਿਉਂ-ਜਿਉਂ ਉਮਰ ਵੱਧਦੀ ਜਾਂਦੀ ਹੈ, ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਤ੍ਰਿਸ਼ਨਾ ਜਿੰਨੀ ਮਰਜ਼ੀ ਵਧਾਈ ਜਾਈਏ, ਸਤਿਗੁਰੂ ਦੀ ਬਾਣੀ ਵਿੱਚ ਵੀ ਅਸੀਂ ਪੜ੍ਹਦੇ ਹਾਂ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ। ਕਿਸੇ ਵਿਰਲੇ ਮਨੁੱਖ ਦੀ ਜਿਹੜੀ ਤ੍ਰਿਸ਼ਨਾ ਹੈ ਨਾ, ਉਹ ਬੁਝਦੀ ਹੈ। ਤੇ ਸਤਿਗੁਰੂ ਜੇ ਭਾਵਨਾ ਰੱਖਦੇ ਨੇ, ਜੇ ਕਿਰਪਾ ਕਰਦੇ ਨੇ, ਨਾ ਘਟੇ ਨਾ ਵਧੇ। ਤੀਸਰੀ ਗੱਲ ਉਹ ਸਾਧੂ ਨੇ ਬੜੀ ਸੋਹਣੀ ਲਿਖੀ, ਕਹਿਣ ਲੱਗਾ ਵੀ ਸਤਿਗੁਰੂ ਦੀ ਬਾਣੀ ਦੇ ਵਿੱਚ ਨਾ ਉਹ ਪਰਮਾਤਮਾ ਸਾਡੀ ਉਮਰ ਵਧਣ ਦਿੰਦਾ ਹੈ, ਨਾ ਘਟਣ ਦਿੰਦਾ ਹੈ। ਜਿੰਨੇ ਸਵਾਸ ਨੇ ਉਨੇ ਨੇ, ਨਾ ਵਧੇ ਨਾ ਘਟੇ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵੱਸ ਹੈ ਨਾ। ਤੇ ਮੈਂ ਅਖੀਰ ਤੇ ਬੇਨਤੀ ਕਰਾਂ, ਅਜੇ ਵੀ ਸਮਾਂ ਹੈ ਸਾਡੇ ਕੋਲ, ਅਸੀਂ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਗੁਰੂ ਵਾਲੇ ਬਣੀਏ। ਤੇ ਜੇ ਗੁਰੂ ਵਾਲੇ ਬਣ ਜਾਵਾਂਗੇ ਨਾ, ਗੁਰੂ ਦੇ ਦੱਸੇ ਹੋਏ ਸਿਧਾਂਤ 'ਤੇ ਚੱਲਾਂਗੇ, ਤੇ ਸਾਧ ਸੰਗਤ ਸਤਿਗੁਰੂ ਇੰਨੀ ਬਖਸ਼ਿਸ਼ ਕਰ ਦੇਣਗੇ, ਜੀਵਨ ਬਦਲ ਕੇ ਰੱਖ ਦੇਣਗੇ। ਇਹ ਅਸੀਂ ਸੋਚਣਾ ਹੈ ਕਿ ਉਮਰ ਘਟਦੀ ਜਾ ਰਹੀ ਹੈ ਕਿ ਵੱਧਦੀ ਜਾ ਰਹੀ ਹੈ, ਤੇ ਸਤਿਗੁਰਾਂ ਨੇ ਤੇ ਸਾਨੂੰ ਬਾਣੀ ਵਿੱਚ ਸਮਝਾਉਣਾ ਕੀਤਾ ਹੈ, ਉਮਰ ਤੇਰੀ ਘਟਦੀ ਜਾ ਰਹੀ ਹੈ, ਤ੍ਰਿਸ਼ਨਾ ਵੱਧਦੀ ਜਾਂਦੀ ਹੈ, ਤੇ ਸਵਾਸ ਵੀ ਤੇਰੇ ਘਟਦੇ ਜਾ ਰਹੇ ਨੇ। ਇਹ ਸੋਚਿਆ ਕਰ। ਸਤਿਗੁਰਾਂ ਦੀ ਬਾਣੀ ਦੇ ਅੰਦਰ ਅਸੀਂ ਸ਼ਬਦ ਪੜ੍ਹਦੇ ਹਾਂ, ਭਗਤ ਭੀਖਨ ਜੀ ਦਾ ਬੜਾ ਸੋਹਣਾ ਸ਼ਬਦ ਹੈ। ਭਗਤ ਜੀ ਸਮਝਾਉਣਾ ਕਰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਕਦੋਂ ਸਿਮਰੇਂਗਾ? ਜਦੋਂ ਤੇਰੀਆਂ ਅੱਖਾਂ ਵਿੱਚੋਂ ਪਾਣੀ ਆਉਣ ਲੱਗ ਪਿਆ, ਸਰੀਰ ਕਮਜ਼ੋਰ ਹੋ ਗਿਆ। ਸਿਮਰਨ ਦੀ ਗੱਲ ਚੱਲ ਰਹੀ ਸੀ, ਵਿਚਾਰ ਕਰ ਰਹੇ ਹਾਂ ਕਿ ਜਿਹੜੇ ਸਿਮਰਨ ਦੇ ਲੜ ਦੁਖਦੇ, ਜਿਹੜੇ ਨਹੀਂ ਜੁੜਦੇ, ਉਹਨਾਂ ਦੀ ਬਾਬਤ ਵੀ ਸਤਿਗੁਰਾਂ ਦੀ ਬਾਣੀ ਵਿੱਚ ਜ਼ਿਕਰ ਹੈ। ਹਜ਼ੂਰ ਬਾਣੀ ਵਿੱਚ ਫਰਮਾਨ ਕਰਦੇ ਨੇ, ਨੈਨੋ ਨੀਰ ਬਹੇ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ। ਇਹਦੇ ਅਖਰੀ ਅਰਥ ਅਸੀਂ ਕਰ ਲਈਏ। ਨੈਨੋ ਦਾ ਅਰਥ ਹੈ ਅੱਖਾਂ ਵਿੱਚੋਂ, ਨੀਰ ਦਾ ਅਰਥ ਹੈ ਪਾਣੀ, ਤਨ ਦਾ ਅਰਥ ਹੈ ਸਰੀਰ, ਖੀਨਾ ਦਾ ਅਰਥ ਹੈ ਕਮਜ਼ੋਰ ਹੋ ਜਾਣਾ। ਭਗਤ ਜੀ ਕਹਿਣ ਲੱਗੇ, ਸਾਰੀਆਂ ਚੀਜ਼ਾਂ ਜਿਹੜੀਆਂ ਸਰੀਰ ਦਾ ਮਾਣ ਕਰਦਾ, ਇਹਨੇ ਵੀ ਕਮਜ਼ੋਰ ਹੋ ਜਾਣਾ, ਅੱਖਾਂ ਵਿੱਚੋਂ ਪਾਣੀ ਵਗਣ ਲੱਗ ਪੈਣਾ ਹੈ। ਜਿਹੜੇ ਗਲੇ ਦਾ ਅਸੀਂ ਮਾਣ ਕਰਦੇ ਹਾਂ, ਉਸ ਗਲੇ ਨੇ ਵੀ ਰੁਕ ਜਾਣਾ। ਨੈਨੋ ਨੀਰ ਬਹੇ ਤਨ ਖੀਨਾ, ਭਏ ਕੇਸ ਦੁੱਧਵਾਨੀ। ਜਿਹੜੇ ਕੇਸ ਨੇ ਉਹ ਦੁੱਧ ਵਰਗੇ ਚਿੱਟੇ ਹੋ ਜਾਣੇ ਨੇ। ਕਦੋਂ? ਜਦੋਂ ਵਡੇਪਾ ਆਉਂਦਾ। ਹੁਣ ਸਤਿਗੁਰਾਂ ਨੇ ਦੂਸਰੀ ਗੱਲ ਕਹੀ, ਰੂਧ ਦਾ ਕੰਠ। ਜਿਹੜੇ ਗਲੇ ਦਾ ਅਸੀਂ ਮਾਣ ਕਰਦੇ ਆ ਨਾ, ਵੀ ਸਾਡਾ ਗਲਾ ਬੜਾ ਹੈ, ਸਤਿਗੁਰੂ ਕਹਿਣ ਲੱਗੇ ਇਹਨੇ ਵੀ ਇੱਕ ਦਿਨ ਰੁਕ ਜਾਣਾ। ਰੂਧ ਦਾ ਕੰਠ ਸ਼ਬਦ ਨਹੀਂ ਉਚਰੇ। ਹੁਣ ਇਹਨੇ ਸ਼ਬਦ ਨਹੀਂ ਉਚਰਨਾ। ਸਿਮਰਨ ਦੀ ਵਿਚਾਰ ਚੱਲ ਰਹੀ ਸੀ, ਮੈਂ ਸਮਝਾ ਰਿਹਾ, ਸਤਿਗੁਰੂ ਦੇ ਪਾਤਸ਼ਾਹ ਦੇ ਤਰਸ ਦੇ ਨਾਲ ਵਿਚਾਰ ਕਰ ਰਹੇ ਹਾਂ ਕਿ ਸਿਮਰਨ ਕਦੋਂ ਕਰਨਾ ਹੈ। ਰੂਧ ਦਾ ਕੰਠ ਸ਼ਬਦ ਨਹੀਂ ਉਚਰੇ, ਉਦੋਂ ਸਿਮਰਨ ਕਰੇਗਾ। ਸਤਿਗੁਰੂ ਕਹਿਣ ਲੱਗੇ ਤੇਰੀ ਉਮਰ ਤੇ ਘਟਦੀ ਜਾ ਰਹੀ ਹੈ, ਗਲਾ ਵੀ ਜਵਾਬ ਦੇ ਗਿਆ ਹੈ। ਰੂਧ ਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਨੀ। ਫਿਰ ਕੀ ਕਰੇਗਾ? ਹੇ ਪ੍ਰਾਨੀ, ਕੀ ਕਰੇਗਾ? ਤੇ ਭਗਤ ਜੀ ਕਹਿਣ ਲੱਗੇ, ਫਿਰ ਵੀ ਰਹਾਉ ਦੇ ਬੰਨ ਦੇ ਅੰਦਰ ਭਗਤ ਜੀ ਸਮਝਾਉਣਾ ਕਰਦੇ, ਜਿਹੜੇ ਰਾਮ ਰਾਏ ਦੇ ਹੋ ਜਾਂਦੇ ਨੇ, ਜਿਹੜੇ ਪਰਮਾਤਮਾ ਦੇ ਹੁੰਦੇ ਨੇ, ਨਿਰੰਕਾਰ ਦੇ ਹੁੰਦੇ ਨੇ ਨਾ, ਉਹਨਾਂ ਦੀ ਪਰਮਾਤਮਾ ਆਪ ਬਾਂਹ ਫੜਦਾ। ਰਾਮ ਰਾਏ ਹੋਹੋਂ ਬੈਦ ਬਨਵਾਰੀ, ਆਪਣੇ ਸੰਤਾਂ ਲਿਹੋ ਉਬਾਰੀ। ਰਹਾਉ
ਅੱਗੇ ਉਦਾਹਰਨ ਦਿੱਤੀ ਭਗਤ ਭੀਖਨ ਜੀ ਨੇ, ਕਹਿਣ ਲੱਗੇ ਵੀ ਸਿਮਰਿਆ ਨਹੀਂ ਜਾਣਾ, ਤੇਰੇ ਸੀਨੇ ਵਿੱਚ ਜਲਨ ਰਹਿਣੀ ਹੈ, ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਲੇਜੇ ਮਾਹੀ ਐਸੀ ਬੇਦਨ ਉਪਜ ਖਰੀ ਭਈ, ਵਾਕਾ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ ਗੁਰ ਪ੍ਰਸਾਦ ਕਹੇ ਜਨ ਭੀਖਣ, ਪਾਵੋ ਮੋਖ ਦੁਬਾਰਾ। ਜੇ ਅਸੀਂ ਮੁਕਤ ਹੋਣਾ ਚਾਹੁੰਦੇ ਹਾਂ ਨਾ, ਤੇ ਸਤਿਗੁਰੂ ਦੇ ਦੱਸੇ ਹੋਏ ਸਿਧਾਂਤ ਤੇ ਸਿਮਰਨ ਕਰਿਆ ਕਰੀਏ, ਵੱਡਿਆਂ ਦਾ ਸਤਿਕਾਰ ਕਰਿਆ ਕਰੀਏ, ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਿਧਾਂਤ ਦੇ ਲੜ ਲੱਗੀਏ, ਬਾਣੀ ਬਾਣੇ ਦੇ ਧਾਰਨੀ ਹੋਈਏ, ਅੰਮ੍ਰਿਤ ਛਕੀਏ। ਇੱਕ ਵਾਰ ਫੇਰ ਆਪ ਸਮੁੱਚੀਆਂ ਸਿੱਖ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਆਖਰੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸਤਨਾਮ ਸਿਮਰਨ ਪਹਿਰ ਸਨਾਹ ਤਨ, ਕੋਟ ਕਤਰ ਕਤਰ ਵਾਰ ਨਾ ਕਟਤ ਹੈ, ਨੀਵੋ ਮਨ ਰਾਖਨੋ ਅਗਾਰੀ ਹੈ ਸਿਪਰ ਦਿੜ, ਰੋਸ ਰੂਪ ਤੀਰ ਜਾਂ ਕੋ ਛੋਏ ਨਾ ਸਕਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।